ਛੱਡ ਦੇ ਹੁਣ ਮੋਦੀ ਸਾਹਿਬ ਨਾਲ ਇਹ ਟੱਪ ਕੇ ਰੁਕਿਆ ਵੀ ਦੁਬਾਰਾ ਮਿਰਜ਼ਾ ਚੱਟ ਦਾ ਇੱਕ ਗੱਲ ਮੰਨਦਾ ਸ਼ਾਹ ਸਾਹਿਬ ਬਦਤਮੀਜ਼ੀ ਨਾਲ ਨਹੀਂ ਹੈ ਹੁਣ ਮੋਦੀ ਸਾਹਿਬ ਦਾ ਟੱਪ ਕੇ ਰੁਕੇ ਆ ਉੱਥੇ ਹੀ ਸੁਬਹ ਦਾ ਸ਼ੁਰੂ ਹੋਵੇ ਜੀ। अस्सलाम वालेकुम वरहमतुल्लाहि वबरकातुहू। मुफ्ती साहब ये पप्पू भाई उस टाइम पे जब वो कहते थे मुझे काम है जरा मैं पढ़ाने जा रहा हूँ वो चलेंगे तो फिर बात वहीं पर आएगी जरा शुरू कर रहे जी 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 हाँ जी पप्पू साहब मिर्जा कादियानी ਦੇ ਬਾਰੇ ਤੁਹਾਨੂੰ ਪੁੱਛਣਾ ਸੀ ਕਿ ਉਹ ਕੀ ਸਮਝਦੇ ਹੋ ਉਹਨੂੰ ਸਰ ਜੀ ਅਸੀਂ ਤੁਹਾਨੂੰ ਦਜਾਲ ਸਮਝਦੇ ਹਾਂ ਮੇਰੇ ਖਿਆਲ 'ਚ ਇਹਨਾਂ ਜਵਾਬ ਤੁਹਾਡੇ ਵਾਸਤੇ ਨਾ ਹੋਣਾ ਚਾਹੀਦਾ ਹੈ ਦਜਾਲ ਕਿੰਜ ਸਮਝਦੇ ਹੋ ਕੋਈ ਦਲੀਲ ਕੋਈ ਉਹਦੇ ਦਜਾਲ ਸਰ ਜੀ ਹਦੀਸ ਕਿਉਂਕਿ ਉਹਨੇ ਹਦੀਸ ਦਾ ਮਫਹੂਮ ਹੈ ਨਾ ਕਿ ਕਿਆਮਤ ਤੱਕ 3 ਦਜਾਲ ਆਣਗੇ ਤੇ ਉਹ ਮੇਰੀ ਨਬੂਵਤ ਦਾ ਝੂਠਾ ਦਾਅਵਾ ਕਰਨਗੇ ਤੇ ਉਹਨੇ ਵੀ ਕੀਤਾ ਸੀ ਤੇ ਲਿਆਦਾ ਦਜਾਲ ਹੈ ਅੱਛਾ ਉਹਨੇ ਨਬੂਵਤ ਦਾ ਦਾਅਵਾ ਕੀਤਾ ਤੇ ਇਸ ਵਾਸਤੇ ਉਹਨੂੰ ਦਜਾਲ ਸਮਝਦੇ ਹੋ ਪਏ ਬਿਲਕੁਲ ਐਸੇ ਵਾਤੇ ਹੋਰ ਉਹਨੇ ਕਿਹੜਾ ਸਾਡਾ ਉਹਨੇ ਜਿਹੜਾ ਨਾ ਕੋਈ ਨੁਕਸਾਨ ਕੀਤਾ ਹੈ ਦੇਖ ਲਿਆ ਜੇ ਹੈ ਤੇ ਜੇ ਤੁਹਾਨੂੰ ਮੈਂ ਸਾਬਤ ਕਰ ਦਿਆਂ ਕਿ ਉਹਨੇ ਨਬੂਵਤ ਦਾ ਦਾਅਵਾ ਕੋ ਨਹੀਂ ਕੀਤਾ ਤੇ ਇਹ ਜਦੋਂ ਮਿਰਜ਼ਾ ਕਹਿੰਦੇ ਨਾ ਇਹ ਗੱਲ ਜਦੋਂ ਮਿਰਜ਼ਾ ਕਹਿੰਦੇ ਸਾਰੇ ਟੱਪਣਾ ਸ਼ੁਰੂ ਹੋ ਜਾਂਦੇ ਨੇ ਕਿ ਉਹਨੇ ਡਾਇਰੈਕਟ ਆਪੇ ਦਾਅਵਤ ਨਹੀਂ ਸੀ ਕੀਤਾ ਅੱਛਾ ਸੁਣੋ ਵੀ ਤੇ ਸਹੀ ਨਾ ਅਗਰ ਸਾਬਤ ਹੋ ਜਾਏ ਕਿ ਉਹਨੇ ਨਬੂਵਤ ਦਾ ਦਾਅਵਾ ਨਹੀਂ ਕੀਤਾ ਤੇ ਫਿਰ ਕਿਆ ਉਹਨੂੰ ਦਜਾਲ ਨਹੀਂ ਮੰਨੋਗੇ ਫਿਰ ਵੀ ਮੰਨਾਂਗੇ ਫਿਰ ਵੀ ਮੰਨੋਗੇ ਸਹੀ ਹੋ ਗਿਆ ਬਿਹਤਰੀਨ ਅੱਛਾ ਤੇ ਇਹੋ ਹੀ ਗੱਲ ਅਗਰ ਮਿਰਜ਼ਾ ਜੂਨੀਅਰ ਜੇਲਮੀ ਕਵੇ ਕਿ ਨਹੀਂ ਜੀ ਮਿਰਜ਼ੇ ਕਾਦੀਆਨੀ ਨੇ ਨਬੂਵਤ ਦਾ ਦਾਅਵਾ ਕੋ ਨਹੀਂ ਕੀਤਾ ਤੇ ਫਿਰ ਕੀ ਕਰੋਗੇ ਅਸੀਂ ਤਾਂ ਵੀ ਉਹਨੂੰ ਦਜਾਲ ਮੰਨਾਂਗੇ ਹਾਂ ਮੰਨੋਗੇ ਅੱਛਾ ਮਿਰਜ਼ਾ ਜੂਨੀਅਰ ਜੇਲਮੀ ਨੂੰ ਕੀ ਮੰਨੋਗੇ ਫਿਰ ਦਾ ਜਨਵੀ ਮੈਂ ਮੇਰੇ ਖਿਆਲ 'ਚ ਅੱਲਾ ਦਾ ਵਲੀ ਹੈ ਸਰ ਬਾਕੀ ਅੱਲਾ ਬਿਹਤਰ ਜਾਣਦਾ ਹੈ ਹਾਂ ਅੱਛਾ ਮਤਲਬ ਇਹ ਵੇ ਕਿ ਤੁਹਾਡੇ ਵਾਲਿਦ ਨੂੰ ਅਗਰ ਕੋਈ ਕਵੇ ਕਿ ਤੁਹਾਡੇ ਉਹ ਵਾਲਿਦ ਨਹੀਂ ਹੈ ਤੇ ਤੁਸੀਂ ਉਸ ਕਹਿਣ ਵਾਲੇ ਨੂੰ ਤੇ ਅੱਲਾ ਦਾ ਵਲੀ ਮੰਨੋਗੇ ਲੇਕਿਨ ਨਾਲ ਹੀ ਆਪਣੇ ਅੱਬੂ ਨੂੰ ਵੀ ਅੱਬੂ ਮੰਨੋਗੇ ਇੰਝ ਹੀ ਹੈ ਨਹੀਂ ਸਰ ਜੀ ਜਿਹੜਾ ਅੱਲਾ ਨਾ ਕਰੇ ਕੋਈ ਐਵੇਂ ਗੱਲ ਕਰੇਗਾ ਅਸੀਂ ਉਹਨੂੰ ਪਸੰਦ ਤੇ ਨਹੀਂ ਕਰਾਂਗੇ ਆਫ ਕੋਰਸ ਇਹ ਆਵਾਜ਼ ਗੱਲ ਬਹੁਤ ਸਾਖੀ ਕਰੇਗਾ ਅੱਲਾ ਦਾ ਵਲੀ ਜਿਹੜਾ ਹੁੰਦਾ ਹੈ ਉਹ ਇਹ ਕਾਦੀਆਨੀ ਦਾ ਵਲੀ ਹੋ ਸਕਦਾ ਹੈ ਅੱਲਾ ਦਾ ਵਲੀ ਕਾਦੀਆਨੀ ਦਾ ਵਲੀ ਨਹੀਂ ਹੋ ਸਕਦਾ ਤੇ ਇਹ ਤੇ ਕਾਦੀਆਨੀ ਦਾ ਵਲੀ ਹੈ ਨਾ ਉਹ ਕਾਦੀਆਨੀਅਤ ਦੀ ਵਲਾਇਤ ਉਹਦੀ ਸਾਬਤ ਹੋ ਗਈ ਹੈ ਕਿ ਇਹ ਕਾਦੀਆਨੀਆਂ ਦਾ ਵਲੀ ਹੈ ਜਿਹੜਾ ਕਾਦੀਆਨੀਆਂ ਨੂੰ ਲੁਕਾਉਂਦਾ ਹੈ ਤੁਸੀਂ ਕਹਿ ਦਿੰਦੇ ਤੇ ਸਾਬਤ ਹੋ ਗਈ ਹੈ ਜਸਟ ਬਿਕਾਜ਼ ਤੁਸੀਂ ਕਹਿ ਤੇ ਸਾਬਤ ਹੋ ਗਿਆ ਇਹ ਸਾਬਤ ਹੋ ਗਿਆ ਉਹ ਸਾਜੀ ਤੁਹਾਨੂੰ ਪਤਾ ਉਹਨੇ ਕਿੰਨੇ ਕਾਦੀਆਨੀਆਂ ਨੂੰ ਮੁਸਲਮਾਨ ਕੀਤਾ ਹੈ ਮਿਰਜ਼ਾ ਇੰਜੀਨੀਅਰ ਨੇ ਨਹੀਂ ਉਹ ਬਲਕਿ ਕਾਦੀਆਨੀਆਂ ਨੂੰ ਤੇ ਮੁਸਲਮਾਨ ਉਹਨੇ ਕੋ ਨਹੀਂ ਕੀਤਾ ਲੇਕਿਨ ਕਾਦੀਆਨੀ ਇਹਨੂੰ ਆਪਣਾ ਕਾਦੀਆਨੀ ਬਣਾ ਗਏ ਨੇ ਇਹ ਤੇ ਫਿਰ ਤੋਹਮਤ ਨਹੀਂ ਮੈਂ ਦਲਾਇਲ ਦੇਣਾ ਜੀ ਦਲਾਇਲ ਦਿਓ ਤੁਸੀਂ ਦਲਾਇਲ ਦਿਓ ਜੀ ਅਜੇ ਹੁਣ ਤੇ ਇੱਕ ਦਲੀਲ ਦਿੱਤੀ ਹੈ ਉਹਦੇ ਉੱਤੇ ਪਹਿਲੇ ਗੁਫ਼ਤਗੂ ਕਰ ਲਈਏ ਫਿਰ ਅਗਲੀ ਦਲੀਲ ਦਿੰਨੇ ਆ ਮਿਰਜ਼ਾ ਜੂਨੀਅਰ ਜੇਲਮੀ ਕਹਿੰਦਾ ਜੀ ਨਹੀਂ ਉਹਨੇ ਨਬੂਵਤ ਦਾ ਦਾਅਵਾ ਕੋ ਨਹੀਂ ਕੀਤਾ ਅੱਛਾ ਜੀ ਤੁਹਾਨੂੰ ਪਤਾ ਵੇ ਕਿ ਕਾਦੀਆਨੀ ਲੋਹਰੀ ਜਮਾਤ ਦਾ ਹੈ ਮਿਰਜ਼ਾ ਜੂਨੀਅਰ ਜੇਲਮੀ ਸਰ ਮੈਨੂੰ ਇਹਨਾਂ ਨਹੀਂ ਪਤਾ ਜੀ ਵੈਸੇ ਸੁਣਿਆ ਤੇ ਮੈਂ ਵੀ ਐਸੀ ਕਿ ਮਿਰਜ਼ਾ ਨੇ ਬੋਲਿਆ ਕਾਦੀਆਨੀਆਂ ਦੀਆਂ ਬਹੁਤ ਜ਼ਿਆਦਾ ਅਕਸਾਮ ਨੇ ਨਾ ਤੇ ਬਹੁਤ ਜ਼ਿਆਦਾ ਫਿਰਕੇ ਤੇ ਜਿਹੜਾ ਇਹਨਾਂ ਦਾ ਲੋਹਰੀ ਜਮਾਤ ਹੈ ਨਾ ਉਹ ਆਂਦਾ ਹੈ ਕਿ ਮਿਰਜ਼ੇ ਕਾਦੀਆਨੀ ਨੇ ਨਬੂਵਤ ਦਾ ਦਾਅਵਾ ਕੋ ਨਹੀਂ ਕੀਤਾ ਸਰ ਮੈਨੂੰ ਇੰਨਾ ਪਤਾ ਹੈ ਜਿਹੜੀ ਮੈਂ ਅੱਖਾਂ ਨਾਲ ਤੇ ਕੰਨਾਂ ਨਾਲ ਵੀਡੀਓ ਵੇਖੀ ਇਹਨੇ 10 ਵਾਰੀ ਦਜਾਲ ਉਹਨੂੰ ਆਖਿਆ ਇਹਨੇ ਆਖਿਆ ਉਹ ਕਾਫਰ ਨੇ ਸਵਾਏ ਇਹ ਕਾਫਰ ਲੋਹਰੀ ਵੀ ਕਹਿੰਦੇ ਨੇ ਨਾਲ ਉਹਨੂੰ ਬੁਰਾ ਭਲਾ ਵੀ ਕਹਿੰਦੇ ਨੇ ਮਿਰਜ਼ੇ ਕਾਦੀਆਨੀ ਉਹ ਆਂਦਾ ਸੀ ਇਹ ਜ਼ਾਨੀ ਆਦਮੀ ਸੀ ਲੋਹਰੀ ਕਹਿੰਦੇ ਨੇ ਕਿ ਮਿਰਜ਼ਾ ਕਾਦੀਆਨੀ ਜ਼ਾਨੀ ਸੀ ਉਹਨੂੰ ਕਹਿੰਦੇ ਨੇ ਬੁਰਾ ਲੇਕਿਨ ਨਾਲ ਹੀ ਉਹਨੂੰ ਇਹ ਵੀ ਮੰਨਦੇ ਨੇ ਕਿ ਭਾਈ ਉਹਨੇ ਨਬੂਵਤ ਦਾ ਦਾਅਵਾ ਕੋ ਨਹੀਂ ਸੀ ਕੀਤਾ ਜੀ ਕਰੋ ਗੱਲ ਮੇਰੇ ਨਾਲ ਕਰੋ ਮਾਈਕ ਓਪਨ ਹੀ ਰੱਖੋ ਕੋਈ ਗੱਲ ਨਹੀਂ ਸਰ ਜੀ ਅਸੀਂ ਤੇ ਮੰਨਦੇ ਆ ਸਾਨੂੰ ਜਿਹੜੇ ਉਲਮਾ ਕਰਾਮ ਨੇ ਆਖਿਆ ਅਸੀਂ ਤੇ ਉਹੀ ਗੱਲ ਮੰਨਦੇ ਆ ਤੇ ਜਿਹੜਾ ਅੱਲਾਹ ਤੇ ਰਸੂਲ ਦੇ ਖਿਲਾਫ ਜਿਹੜਾ ਬੰਦਾ ਜਾਏਗਾ ਆਪਣੀ ਨਬੂਵਤ ਦਾ ਝੂਠਾ ਦਾਅਵਾ ਕਰੇਗਾ ਜਾਂ ਐਸੇ ਅਮਲ ਕਰੇਗਾ ਕਿ ਅਗਰ ਆਪੇ ਦਾਅਵਾ ਨਹੀਂ ਕਰ ਰਿਹਾ ਤੇ ਦੂਜੇ ਉਹਦੇ ਮੰਨਣੇ ਵਾਲੇ ਉਹਦੇ ਖਿਲਾਫ ਦਾਅਵਾ ਕਰ ਦੇਣਗੇ ਅੱਛਾ ਦੇਖੋ ਮੈਂ ਕੋਈ ਐਸਾ ਕੰਮ ਕਰਨਾ ਅੱਛਾ ਫਿਰ ਕੀ ਹੋਇਆ ਇਹਦਾ ਫੈਸਲਾ ਕੀ ਹੋਇਆ ਕਿ ਮਿਰਜ਼ਾ ਕਾਦੀਆਨੀ ਨੂੰ ਇਹ ਕਹਿੰਦਾ ਜੀ ਇਹਨੇ ਨਬੂਵਤ ਦਾ ਦਾਅਵਾ ਕੋ ਨਹੀਂ ਕੀਤਾ ਹੁਣ ਮਿਰਜ਼ਾ ਜੂਨੀਅਰ ਜੇਲਮੀ ਨੂੰ ਤੁਸੀਂ ਦਜਾਲ ਤੇ ਕਜ਼ਾਬ ਤੇ ਲਾਂਤੀ ਕਹੋਗੇ ਮੈਂ ਨਹੀਂ ਕਹਿ ਸਕਦਾ ਨਹੀਂ ਕਿਉਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਉਹਦੇ ਕੋਲ ਜਵਾਬ ਪੁੱਛੋ ਨਾ ਮੈਂ ਉਹਦਾ ਕੋਈ ਨਹੀਂ ਉਹਦੇ ਕੋਲ ਜਵਾਬ ਪੁੱਛਿਆ ਉਹਦੇ ਕੋਲ ਕੋਈ ਜਵਾਬ ਨਹੀਂ ਉਹਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ
ਇਨਸ਼ਾਅੱਲਾ ਤਾਲਾ ਦੇ ਦੇਗਾ, ਕੋਈ ਨਾ ਕੋਈ ਰੀਜ਼ਨ ਤੇ ਹੋਏਗੀ, ਉਹਨੇ ਆਖਿਆ ਹੋਏਗਾ, ਵਿਦਆਊਟ ਰੀਜ਼ਨ ਕੋਈ ਗੱਲ ਨਹੀਂ ਕਰਦਾ। ਤੁਸੀਂ ਗਰੰਟੀ ਦਿੰਦੇ ਹੋ ਕੋਈ ਜਵਾਬ ਲੈ ਕੇ ਦੇਣ ਦੀ? ਗਰੰਟੀ ਤਾਂ ਸਾਡੀ ਸੱਗੇ ਪਿਓ ਦੀ ਇਨਸਾਨ ਨਹੀਂ ਦੇ ਸਕਦਾ, ਗਰੰਟੀ ਮੈਂ ਕਿੱਥੋਂ ਦਿਆਂ, ਲੇਕਿਨ ਇਹ ਮੈਨੂੰ ਇਹਨਾਂ ਪਤਾ ਹੈ ਕਿ ਤੁਹਾਡੇ ਕੋਲ ਤੁਹਾਡੇ ਸੱਗੇ ਪਿਓ ਦੇ ਬਾਰੇ ਪੁੱਛਿਆ ਸੀ, ਤੁਸੀਂ ਉਹਦੀ ਵੀ ਗਰੰਟੀ ਕੋਈ ਨਹੀਂ ਦਿੱਤੀ ਤੇ ਕੋਈ ਗੱਲ ਨਹੀਂ ਕੀਤੀ। ਗੱਲ ਤੁਹਾਡੀਆਂ ਸਹੀ ਨੇ। ਅੱਛਾ ਮੁਫਤੀ ਸਾਹਿਬ, ਤੁਸੀਂ ਪਹਿਲਾਂ ਦੱਸੋ ਤੁਸੀਂ ਕਿਸ ਫਿਕ ਦੇ ਮੁਫਤੀ ਹੋ? ਵੈਸੇ ਬੁਰਾ ਨਾ ਬਣਾਣਾ, ਅਗਰ ਅਹਿਲੇ ਹਦੀਸ ਦਾ, ਸ਼ੀਆ ਦਾ। ਮੇਰੇ ਸਵਾਲ ਦੇ ਨਾਲ ਤੁਹਾਡੇ ਇਸ ਸਵਾਲ ਦਾ ਕੋਈ ਤਾਲੁਕ ਨਹੀਂ। ਮੇਰਾ ਸਵਾਲ ਤੇ ਉੱਥੇ ਦਾ ਉੱਥੇ ਹੀ ਰਹਿਣਾ ਨਾ। ਜੀ 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 ਹਾਂ, ਤੇ ਮਿਰਜ਼ਾ ਜੂਨੀਅਰ ਜੇਲਮੀ ਨੂੰ ਤੁਸੀਂ ਜਿਹੜਾ ਆਂਦੇ ਹੋ ਅੱਲਾ ਦਾ ਵਲੀ ਜੇ, ਉਹ ਆਂਦਾ ਹੈ ਮਿਰਜ਼ਾ ਕਾਦੀਆਨੀ ਨੇ ਨਬੂਵਤ ਦਾ दावा को नहीं ਕੀਤਾ। कादियानियों को ਯਹੂਦੋ ਨਸਾਰਾ ਸੇ ਬਦਤਰ ਨਾ ਕਹੋ। ਕਾਦੀਆਨੀਆਂ ਨੇ ਕੁਰਾਨ ਦੇ ਤਰਜਮੇ ਬਿਲਕੁਲ ਨਹੀਂ, ਇਹ ਮੈਂ ਸੁਣੀ ਹੈ ਸਰ, ਇਹ ਮੈਂ ਸੁਣੀ ਹੈ ਉਹਦੀ ਗੱਲ ਕਿ ਯਹੂਦੋ ਨਸਾਰਾ ਤੋਂ ਬਿਹਤਰ ਨਹੀਂ ਹੋ, ਕਿਉਂਕਿ ਉਹ ਅੱਲਾ ਤੇ ਉਹਦੇ ਰਸੂਲ ਨੂੰ ਮੰਨਦੇ ਤੇ ਹੈ ਨੇ ਨਾ ਸਰ। ਸਾਡਾ ਉਹਨਾਂ ਦਾ ਦੂਜਾ ਇਖਤਲਾਫ ਹੈ। ਨਹੀਂ, ਇਹ ਵੇਖੋ ਇਹ ਮੌਜੂ ਫਿਰ ਚੇਂਜ ਹੋ ਜਾਏਗਾ। ਉਹ ਨਹੀਂ ਮੰਨਦੇ ਨਾ, ਉਹ ਨਹੀਂ ਮੰਨਦੇ। ਹਜੇ ਮੈਂ ਸਿਰਫ ਉਹਦਾ ਦਾਵਾ ਨਬੂਵਤ ਤੱਕ ਹਜੇ ਰਹਿਣਾ ਚਾਹੁੰਦਾ ਵਾ। ਇੱਕ ਚੀਜ਼ ਪਹਿਲੇ ਗੱਲ ਕਰ ਲਈਏ, ਫਿਰ ਅਗਲੇ ਮੌਜੂ ਤੇ ਆਵਾਂਗੇ। ਜੀ ਜੀ ਸਰ। ਉਹਨੇ ਤੇ ਅੱਜ ਤੱਕ ਕਾਦੀਆਨੀਅਤ ਦਾ ਕੋਈ ਰੱਦ ਨਹੀਂ ਕੀਤਾ, ਕਿਸੇ ਉਹਨਾਂ ਦੇ ਅਕੀਦੇ ਦਾ ਰੱਦ ਨਹੀਂ ਕੀਤਾ, ਕਿਸੇ ਦਾ ਕੋਈ ਨਹੀਂ ਕੀਤਾ। ਸਰ ਜਿੰਨਾ ਉਹਨੇ ਕੰਮ ਕਿਉਂ ਆਪਣੀ ਕਬਰ ਜਾਣਾ ਜੇ, ਕਿਉਂ ਅੱਲਾ ਦੇ ਉਹਦੇ ਜਿੰਨਾ ਉਹਨੇ ਮਰਜ਼ਾਈਆਂ ਦੇ ਖਿਲਾਫ ਵੀਡੀਓਜ਼ ਕੀਤੀਆਂ ਨੇ ਤੇ ਉਹਨਾਂ ਤੇ ਕਿਸੇ ਨੇ ਵੀ ਨਹੀਂ ਕੀਤੀਆਂ ਯਾਰ। ਤੁਸੀਂ ਲੋਕ ਸਿਰਫ ਨਾਰੇ ਮਾਰਦੇ ਹੋ, ਨਹੀਂ ਸਾਰਾ ਝੂਠ ਬੋਲਦੇ ਹੋ। ਨਹੀਂ ਅੱਛਾ ਯਾਰ ਸਰ ਉਹਨੇ ਜਿਹੜੀਆਂ ਮੈਂ ਉਹਦੀ ਆਪਣੇ ਵੀਡੀਓ ਖੁਦਾ ਕਾਦੀਆਨੀਆਂ ਕੋ ਮੁਸਲਮਾਨ ਬਣਾने का वीडियो YouTube ਤੇ ਵੇਖੋ। ਸਾਰੇ ਸੋਰੇ ਨੂੰ ਵੀ ਲਈਦਾ ਸਰ ਕੀ ਰੋਲਾ ਐਵੇਂ ਝੂਠ ਬੋਲਦੇ ਹੋ ਪਏ, ਗੱਪਾਂ ਮਾਰਦੇ ਹੋ ਪਏ। ਇਹ ਗੋ ਤੇ ਇਹ ਮੈਦਾਨ ਚਲੋ ਹੁਣੇ ਹੀ ਜ਼ਿਆਦਾ ਦੂਰ ਨਹੀਂ ਜਾਣਾ। ਉਹਦੀਆਂ ਰੱਦੇ ਕਾਦੀਆਨੀਆਂ ਤੇ ਕਿੰਨੀਆਂ ਵੀਡੀਓਜ਼ ਨੇ ਜਰਾ ਗਿਣ ਕੇ ਦੱਸ ਦਿਓ ਉਹਦੇ ਪੂਰੇ ਚੈਨਲ ਦੀ, ਨਹੀਂ ਤੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਸਰ ਜੀ ਮੈਂ 2-3 ਵੀਡੀਓ ਤੇ ਮੈਂ ਆਪੇ ਸੁਣੀਆਂ ਨੇ, ਬੜੀਆਂ ਅੱਛੀਆਂ ਹੁੰਦੀਆਂ ਵੀਡੀਓਜ਼ ਉਹਦੀਆਂ ਨੇ। ਹੁਣੇ ਹੀ ਇਹ ਗੋ ਤੇ ਇਹ ਮੈਦਾਨ ਹੁਣੇ ਹੀ ਵਹਾ ਦਿੰਦਾ ਵਾ। ਤੁਸੀਂ ਕਿ ਬੜਾ ਕੰਮ ਕੀਤਾ, ਤੁਸੀਂ ਕਹਿੰਦੇ ਮੈਂ 2-3 ਵੇਖੀਆਂ ਨੇ। ਇਹੋ ਹੀ ਕਿਹਾ ਸਰ ਜੀ, ਉਹ ਅੱਲਾ ਦਾ ਵਲੀ ਇੱਕ ਲਫ਼ਜ਼ ਬੋਲਦੇ ਨਾ ਯਾਰ, ਮੇਰੇ ਨਾਲ ਤੁਸੀਂ ਰੋਲਾ ਨਾ ਪਾਓ ਮੇਰੇ ਨਾਲ ਮੇਰੇ ਕਿਸੇ ਸਵਾਲ ਦਾ ਜਵਾਬ ਦਿੰਦੇ ਨਹੀਂ ਪਏ ਤੁਸੀਂ। ਇੱਧਰ ਉੱਧਰ ਦੀਆਂ ਤੁਸੀਂ ਗੱਪਾਂ ਮਾਰਦੇ ਹੋ ਪਏ। ਗੱਲ ਹੈ ਵੇ ਮੇਰੇ ਨਾਲ ਟੁਰੋ। ਮੈਂ ਇੱਥੇ ਹੀ ਆ, ਮੈਂ ਜਾਂਦਾ ਨਹੀਂ, ਮੈਂ ਨੱਸ ਨਹੀਂ ਗਿਆ, ਮੈਂ ਇੱਥੇ ਹੀ ਆ। ਗੱਲ ਸੁਣੋ ਕਿ ਉਹ ਤੁਸੀਂ ਆਂਦੇ ਉਹਨੇ ਬੜਾ ਕੰਮ ਕੀਤਾ, ਬੜੀਆਂ ਉਹਦੀਆਂ ਹਜ਼ਾਰਾਂ ਵੀਡੀਓ। ਕੋਈ ਸ਼ੱਕ ਨਹੀਂ, ਹਜ਼ਾਰੋਂ ਨਹੀਂ, ਮੈਂ ਕਿਹਾ 3-4 ਵੀਡੀਓ ਮੈਂ 2-3 ਮੈਂ ਸੁਣੀਆਂ ਨੇ, ਜ਼ਿਆਦਾ ਤਾਂ ਮੈਨੂੰ ਨਹੀਂ ਪਤਾ। ਅੱਛਾ 2-3 ਵੀਡੀਓ ਹੋਣ ਤੇ ਉਹ ਬੜਾ ਕੰਮ ਹੁੰਦਾ ਹੈ। ਮੁਫਤੀ ਸਾਹਿਬ ਇੱਕ ਲਫ਼ਜ਼ ਵੀ ਕੋਈ ਬੋਲ ਦੇਣਾ ਇਹਨਾਂ ਦੇ ਖਿਲਾਫ, ਇਹਨਾਂ ਦੀ ਵੀਡੀਓ ਠੋਕਣੇ ਵਾਸਤੇ 2-3 ਅਗਰ ਹੋਵੇ ਤੇ ਬੜਾ ਕੰਮ ਹੁੰਦਾ ਹੈ। ਉਹ ਬਿਲਕੁਲ ਹੁੰਦਾ ਹੈ, ਮੇਰੇ ਖਿਆਲ ਚ ਹੁੰਦਾ ਹੈ, ਬਿਲਕੁਲ ਕੋਈ ਸ਼ੱਕ ਨਹੀਂ। ਅੱਛਾ 2-3 ਹੋਏ ਤੋਂ ਬੜਾ ਕੰਮ ਹੁੰਦਾ ਹੈ। ਇਹ ਕਿ ਉਹਦੇ ਚ ਕੰਮ ਦੀ ਗੱਲ ਕਰੇ ਨਾ, ਐਵੇਂ ਜਬੜੀਆਂ ਨਾ ਮਾਰੇ ਕੋਈ ਬੰਦਾ, ਤੇ ਕੰਮ ਦੀ ਗੱਲ ਕਰਦੇ ਤੇ 2 ਮਿੰਟ ਵੀ ਬਹੁਤ ਨੇ। ਇੱਕ ਪੁਆਇੰਟ ਤੇ ਆ ਗਏ ਉਹ ਜਿਹੜੀਆਂ 2-3 ਤੁਸੀਂ ਵੇਖੀਆਂ ਨੇ, ਉਹਨਾਂ ਚ ਕਿਸੇ ਇੱਕ ਵੀਡੀਓ ਦਾ ਬਾਰੇ ਦੱਸ ਦਿੰਦੇ ਹੋ, ਅਸੀਂ ਹੁਣੇ ਹੀ ਚਲਾਨੇ ਆ ਤੇ ਵੇਖਨੇ ਆ ਕਿ ਉਹਨੇ ਕਿੰਨਾ ਕੁ ਕਾਦੀਆਨੀਆਂ ਦਾ ਰੱਦ ਕੀਤਾ। ਇਹ ਮੁਫਤੀ ਸਾਹਿਬ ਹੁਣੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੇਣਾ। ਬਿਲਕੁਲ ਸਹੀ, ਹੁਣੇ ਕਰੋ। ਉਹਦਾ ਨਾਂ ਦੱਸ ਦਿਓ, ਲਿੰਕ ਨਹੀਂ ਇੱਥੇ ਸੈਂਡ ਹੁੰਦੇ ਇਹ ਟਿਕਟਾਕ ਕੇ, ਤੇ ਅਸੀਂ ਹੁਣੇ ਹੀ ਚਲਾਨੇ ਆ। ਤੁਸੀਂ ਉਂਝ ਮੈਨੂੰ ਦੱਸੋਗੇ, ਮੈਂ ਸਰਚ ਕਰ ਲਾਂਗਾ। ਉਹਦੇ ਚੈਨਲ ਤੇ ਟੋਟਲ ਕਾਦੀਆਨੀਅਤ, ਪੂਰੇ ਚੈਨਲ ਦੇ ਉੱਤੇ ਟੋਟਲ ਜਿਹੜੀਆਂ ਕਾਦੀਆਨੀਅਤ ਜਿੰਨੇ ਜਿਹੜਾ ਉਹਨੇ ਮੈਂਸ਼ਨ ਕੀਤਾ ਕਾਦੀਆਨੀਆਂ ਨੂੰ, ਉਹ ਟੋਟਲ 15 ਵੀਡੀਓ ਨੇ। ਟੋਟਲ 15 ਵੀਡੀਓ ਨੇ। ਔਰ ਇਹ 15 ਵੀਡੀਓ ਵੀ ਉਹ ਨੇ ਕਿ ਜਿਹੜੀਆਂ ਉਹਦੇ ਕੰਪਲੀਟ ਲੈਕਚਰ ਦੇ ਵਿੱਚੋਂ ਕੱਟ ਕੇ ਇਹਨਾਂ ਨੇ ਸ਼ਾਰਟ ਕਲਿੱਪਸ ਵਾਲਾ ਜਿਹੜਾ ਉਹਦਾ ਚੈਨਲ ਹੈ ਉਹਦੇ ਉੱਤੇ ਰੱਖੀਆਂ ਨੇ ਜੀ। ਕਿ ਇੰਜ ਵੀ ਹੋ ਸਕਦਾ ਹੈ ਕਿ ਇੱਕ ਵੀਡੀਓ ਦੇ ਵਿੱਚ 5 ਕਲਿੱਪ ਕੱਟ ਕੇ ਰੱਖੇ ਹੋਣ, ਤੇ ਟੋਟਲ ਕਲਿੱਪ ਵੀ ਇਕੱਠੇ ਕਰ ਲਏ ਜਾਣ ਨਾ ਉਹਦੇ ਇਹ ਸਿਰਫ 15 ਕਲਿੱਪ ਨੇ, ਇਸ ਤੋਂ ਵੱਧ ਕੋਈ ਨਹੀਂ ਜੇ। ਇਹ ਹਜੇ ਤੱਕ ਅੱਜ ਤਾਰੀਖ ਹੈ 31 ਦਸੰਬਰ 2023। ਅੱਜ ਰਾਤ ਨੂੰ ਬਲਕਿ ਹੁਣ 30 लाख पाकिस्तान में बनता है। 2024 ਸ਼ੁਰੂ ਹੋ ਗਿਆ ਹੈ, ਤੇ ਅੱਜ ਦੀ ਡੇਟ ਦੇ ਵਿੱਚ ਮੈਂ ਦੱਸ ਰਿਹਾ ਜੇ, ਤੇ ਇਹ ਬਾਅਦ ਚੋਂ ਪਤਾ ਨਹੀਂ ਕਿੰਨੇ ਹੋ ਜਾਣ, ਤੇ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਅੱਛਾ ਜੀ, ਤੇ ਕੋਈ ਇੱਕ ਵੀਡੀਓ ਦੱਸੋ ਜਨਾਬ, ਹੁਣੇ ਚਲਾਨੇ ਆ। ਮੈਂ ਸ਼ੇਅਰ ਕੀਤਾ ਜੀ ਲਿੰਕ, ਜਿਹੜਾ ਮੇਰਾ ਆਖਰੀ ਲਿੰਕ ਹੈ, ਇਹਨੂੰ ਕਲਿੱਕ ਕਰੋ। ਕਾਦੀਆਨੀਆਂ ਕੋ ਕਿੱਥੇ ਸ਼ੇਅਰ ਕੀਤਾ ਜੀ ਲਿੰਕ? ਇਹ ਜਿੱਥੇ ਮੈਸੇਜ ਹੁੰਦੇ ਨੇ ਸਰ, ਜਿੱਥੇ ਮੈਸੇਜ ਜਾਂਦੇ ਨੇ ਉੱਥੇ ਨਹੀਂ ਹੁੰਦੇ ਨਾ। ਇਹ ਟਿਕਟਾਕ ਦੇ ਉੱਤੇ ਲਿੰਕ ਸ਼ੇਅਰ ਨਹੀਂ ਹੋ ਸਕਦਾ।
ਤੁਸੀਂ ਉਂਝ ਦੱਸ ਦਿਓ ਮੈਨੂੰ, ਮੈਂ ਹੁਣੇ ਸਰਚ ਕਰ ਲੈਣਾ। ਦੱਸੋ, ਮੈਂ ਸਰਚ ਕਰਨਾ, ਉਹਦਾ ਨਾਮ ਦੱਸ ਦਿਓ। ਹਾਂਜੀ, ਨਾਮ ਤੇ ਦੱਸ ਦਿਓ, ਮੈਂ ਹੁਣੇ ਸਰਚ ਕਰ ਲੈਣਾ। मैं मुफ्ती साहब यही अर्ज कर रहे हैं, कादियानी को मुसलमान बनाने वाला क्लिप लिखो तुसी। अच्छा जी, एक मिनट, मैं हुणे लिखना। कादियानी को मुसलमान बनाने वाला क्लिप। आहा, ठीक हो गया। 45 मिनट का क्लिप है ना, ਇਹੋ ਹੀ ਹੈ। ਹੈਲੋ, ਬੋਲੋ ਵੀ ਤਾਂ ਸਹੀ ਨਾ, ਕਿੱਧਰ ਟੁਰ ਗਏ ਹੋ? जी 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 यही है, ਇਹੋ ਹੀ ਹੈ। ਇਹੋ ਹੀ ਹੈ जी जी ਇਹੋ ਹੀ ਹੈ। अच्छा, इधर मैं शेयर करके सुना दिया। ਇਹੋ ਹੀ क्लिप है सर बिल्कुल ਇਹੋ ਹੀ ਹੈ, ਇਹੋ ਹੀ ਹੈ। माइक ओपन रखो, माइक ओपन रखो। जी जी ठीक है, open मैं ओपन करना। वाला कादियानी कुरान बांट रहे हैं तर्जमे वाला, इसकी कुरान ये फेसबुक यार इसकी बुराई ये क्यों नहीं कहते कि जी आप ये वाला। हेलो, शोर आ रहा है तो जी जी मैं म्यूट कर देना सर, शोर आ रहे। अच्छा जी, इब्तदा ते ही सवाल होया है कि बाहर कादियानियां दा तर्जमा कुरान, कादियानी कुरान तर्जमे वाला कुरान बांट रहे हैं, तो वो पढ़ना चाहिए कि नहीं। अब उसके ऊपर मिर्जा जूनियर जेल में इतना सीखपा हुआ है कि 45 मिनट की वीडियो उसने बना दी है सिर्फ इस सवाल के जवाब के अंदर कि कादियानियों का तर्जुमा कुरान पढ़ना चाहिए कि नहीं पढ़ना चाहिए। हालांकि इसका जवाब 2 टोक बनता है और आधे मिनट के अंदर इसका जवाब कंप्लीट हो जाता है कि लानत पाओ यार, ਤੁਹਾਡੇ ਕੋਲ ਆਪਣੇ ਤੁਹਾਡੇ ਮੁਸਲਮਾਨਾਂ ਦੇ ਤਰਜੁਮੇ ਨੇ, ਤੁਸੀਂ ਪੜੋ ਜਾ जी 45 मिनट वीडियो तो सुन लो ना मेरे भाई, ਤੁਸੀਂ 45 ਮਿੰਟ ਦੀ ਵੀਡੀਓ ਚਲਾਨ ਲੱਗਾ ਜੀ। ਐਸੇ ਤਾਂ ਅਸੀਂ ਰਗੜਾ ਲਾਇਆ ਐਸੇ ਇੱਕ ਪੂਰੇ ਕਲਿੱਪ ਦੇ ਉੱਤੇ, ਤੁਸੀਂ ਤੇ ਅੱਜ ਆਏ ਹੋ, ਤੁਹਾਨੂੰ ਤੇ ਪਤਾ ਹੀ ਕੱਖ ਨਹੀਂ। ਤੇ ਉਹ ਜਨਾਬ ਮੈਂ ਜੇ ਖੁਲਾਸਾ ਦੱਸ ਰਿਹਾ ਵਾਂ ਕਿ ਇਹਦੇ ਉੱਤੇ ਮੈਂ ਤਕਰੀਬਨ 7 ਘੰਟੇ ਦੀ ਵੀਡੀਓ ਮੇਰੀ ਮੌਜੂਦ ਹੈ ਐਸੇ ਇਹਦੇ ਇੱਕ ਕਲਿੱਪ ਦੇ ਉੱਤੇ। 2 ਦਿਨ ਅਸੀਂ ਲੱਗੇ ਰਹੇ ਸਾਂ, 2 ਦਿਨ ਬਰਾਡਾਂ ਕੀਤੀਆਂ ਸਨ ਇਸ ਇੱਕ ਕਲਿੱਪ ਦੇ ਉੱਤੇ। ਤੇ ਅੱਜ ਫੇਰ ਇਹਨਾਂ ਨੇ ਖੁਦ ਦਿੱਤਾ ਵੇ ਪੱਪੂ ਸਾਹਿਬ ਨੇ ਕਿ ਇਹ ਕਲਿੱਪ ਜਿਹੜਾ ਵੇ ਨਾ ਕਾਦੀਆਨੀਆਂ ਦੇ ਬਾਰੇ ਬੜਾ ਰੱਦ ਕੀਤਾ ਹੈ। ਤੇ ਚਲੋ ਸੁਣ ਲੈਂਦੇ ਹਾਂ। ਹੁਣ ਇਹ ਸਵਾਲ ਸੁਣੋ ਤੇ ਅੱਗੋਂ ਇਹਦਾ ਜਵਾਬ ਸੁਣਿਆ ਜੀ। कादियानी कुरान बांट रहे हैं तर्जमे वाला, इसलिए कुरान तर्जमे से ना पढ़े। ये फेसबुक सोशल मीडिया यार, इसकी बुराई ये क्यों नहीं कहते कि जी आप ये वाला पढ़ ले। इस्लाम की खिदमत है। ये तो इसी तरीके से है कि अगर हाँ जी नाल ना टुरी जाना है, मेरे थोड़ा थोड़ा नाल ना थी रोकांगे जी 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 मुफ्ती साहब, ਜਿਹੜੇ ਸਵਾਲਾਤ ਕਾਇਮ ਹੋਣਗੇ ਉਹ ਨਾਲ ਨਾਲ ਕਲੀਅਰ ਕਰਦੇ ਜਾਇਆ ਜੇ ਨਾ। ਅੱਛਾ, ਇਹ ਸਵਾਲ ਜਦੋਂ ਹੋਇਆ ਇਹ ਆਂਦਾ ਹੈ ਕਿਹੜੀ ਇਸਲਾਮ ਦੀ ਖਿਦਮਤ ਹੈ, ਇਹ ਕਿਹੜੀ ਇਸਲਾਮ ਦੀ ਖਿਦਮਤ ਹੈ ਕਿ ਭਾਈ ਤੁਸੀਂ ਕਾਦੀਆਨੀਆਂ ਨੂੰ ਤਰਜਮੇ ਦੇ ਕੁਰਾਨ ਤੋਂ ਪੜ੍ਹਨ ਤੋਂ ਰੋਕੋ। ਹਾਲਾਂਕਿ ਇਹਦਾ ਜਵਾਬ ਬੰਦਾ ਸੀ ਇਹ ਚੰਦ ਸੈਕਿੰਡ ਦੇ ਵਿੱਚ ਕਿ ਉਹ ਲਾਨਤ ਪਾਓ ਯਾਰ, ਮੁਸਲਮਾਨਾਂ ਦੇ ਇੰਨੇ ਬੜੇ ਤਰਜਮੇ ਨੇ, ਤੁਸੀਂ ਪੜ੍ਹੋ ਜਾ ਕੇ, ਬਸ ਬਾਤ ਖਤਮ ਹੋ ਜਾਂਦੀ ਹੈ। ਇਹ ਆਂਦਾ ਹੈ ਇਸਲਾਮ ਦੀ ਖਿਦਮਤ ਨਹੀਂ ਹੈ, ਇਹਦਾ ਕੀ ਜਵਾਬ ਤੁਸੀਂ ਦਵੋਗੇ? ਨਹੀਂ ਉਹਦੀ ਪੂਰੀ ਸਾਡੀ ਤਾਂ ਪੂਰੀ ਗੱਲ ਸੁਣੇ ਨਾ, ਪੂਰੀ ਗੱਲ ਯਾਰ। ਤੇ ਕਿਹੜਾ ਬਹਿ ਕੇ ਹੁਣ 45 ਮਿੰਟ ਸੁਣਦਾ ਰਹੇ ਨਾਲ ਨਾਲ ਟਰੋ ਜਿਹੜੇ ਸਵਾਲਾਤ ਕਾਇਮ ਹੋਣੇ ਨੇ ਉਹਨਾਂ ਦੇ ਜਵਾਬ ਨਹੀਂ ਜੇ ਦੇਣੇ। ਅੱਛਾ ਮੈਂ ਤੁਹਾਨੂੰ ਜਵਾਬ ਦੇਣਾ, ਦੇਖੋ ਮੈਂ ਤਾਂ ਨਹੀਂ ਲਿਆ ਕੇ ਦਿੱਤਾ। ਜੀ ਜੀ ਚਲੋ ਸੇ ਦੇਖੋ, ਕੁਰਾਨ ਦਾ ਜਿਹੜਾ ਤਰਜਮਾ ਨਾ ਭਾਵੇਂ ਉਹ ਜਿੱਥੋਂ ਵੀ ਕਰਾਵਾਂਗੇ ਨਾ, ਉਹ ਤਾਂ ਤਰਜਮਾ ਉਹੀ ਰਹਿਣਾ ਨਾ, ਕੁਰਾਨ ਤੇ ਉਹੀ ਰਹਿਣਾ, ਕੁਰਾਨ ਚੇਂਜ ਤੇ ਨਹੀਂ ਹੁੰਦਾ। ਤੁਸੀਂ ਆਪਣੀ ਗੱਲ ਦੱਸ ਦਿਓ ਕਿ ਕਾਦੀਆਨੀਆਂ ਨੇ ਤਰਜਮੇ ਕੁਰਾਨ ਠੀਕ ਕੀਤੇ ਨੇ। ਸਰ ਮੈਂ ਪੜ੍ਹਿਆ ਨਹੀਂ, ਮੈਂ ਕੁਝ ਕਹਿ ਨਹੀਂ ਸਕਦਾ। ਅਗਰ ਇੰਜੀਨੀਅਰ ਸਾਹਿਬ ਕਹਿ ਰਹੇ ਨੇ ਤਾਂ ਫਿਰ ਠੀਕ ਹੀ ਕਹਿ ਰਹੇ ਹੋਣਗੇ। ਹਾਂ ਕੀ ਕਹਿ ਸਕਦੇ ਹਾਂ ਇਹ ਦਿਓ ਕਰ ਜੀ 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 ਅਗਰ ਉਹ ਕਹਿ ਰਹੇ ਨੇ ਕਿ ਪੜ੍ਹ ਲਓ, ਬਸ ਕਲੀਅਰ ਹੋ ਗਿਆ ਭਾਈ, ਕਲੀਅਰ। ਜੀ ਅਗਰ ਉਹ ਕਹਿ ਰਹੇ ਨੇ ਕਿ ਪੜ੍ਹ ਲਓ ਤੇ ਫਿਰ ਉਹ ਗਲਤ ਨਹੀਂ ਕਹਿ ਰਿਹਾ ਹੋਗਾ। ਅੱਲਾਹ ਦਾ ਵਲੀ, ਅੱਲਾਹ ਦਾ ਵਲੀ ਝੂਠ ਬੋਲੇਗਾ। ਜੀ ਜੀ ਬਿਲकुल ठीक हो गया, क्लियर हो गया। अच्छा माइक म्यूट करो। जी जी हाँ, देख लीजिए आप लोगों ने कि इन मर्जियों का जो अकीदा है, मैं पहले कहा था, आज से 8-10 साल पहले कह दिया था
کہ یہ قادیانیت کے لیے زمین ہموار کر رہا ہے مسلمانوں، یہ مرزا جونیئر جیل میں، یہ دیکھ لیا وہی دور آ گیا اور آج ثبوت بھی مل گیا کہ اگر مرزا جونیئر جیل میں کہہ رہا ہے تو بالکل ٹھیک کہہ رہا ہے نا، یہ ثبوت نظر آ رہا ہے، یہ سامنے نظر آ رہا ہے۔ جی عامر بھائی ایک منٹ دیکھ لیں، ثبوت حاضر ہے کہ میں نے جو 10 سال پہلے خبر دی تھی وہ آپ کو سچی ہوتی محسوس ہو رہی ہے۔ میں نے کہا تھا کہ یہ قادیانیت کے لیے ہلکا نرم گوشہ رکھ کے یہ نیو جنریشن کو قادیانیت کے لیے تیار کر رہا ہے۔ مفتی صاحب اگے لیکن گل ہے جیڑی گل وچ ہوئے نا ڈاؤٹ نہیں پڑنی چاہیے، اسی میں نہیں پڑھا گا، میں کیوں پڑھا گا سر؟ جی کوئی بات نہیں، آپ کی بات آ گئی، آپ مائک میوٹ رکھیں، آپ کی بات آ گئی ہے نا، ابھی مجھے تبصرہ کرنے تھے، میں نے اپنی عوام کو بھی تو کچھ بتانا ہے کہ نہیں، مسلمانوں کو بھائی مسلمانوں کی ہم نے تربیت نہیں کرنی کیا؟ الحمدللہ میں بھی مسلمان ہوں، میں بھی مسلمان ہوں۔ میوٹ رکھے۔ اچھا تواڈے خیال وچ میں کون ہاں؟ میں مسلمان ہاں یا نہیں ہاں؟ نہیں مرزائی ہیں آپ میرے نظر میں۔ بس چلو جی ماشاءاللہ تسی فتوی لا دیو، چلو جی نہیں مرزا جونیئر کے ماننے والوں کو ہم مرزائی کہتے ہیں، وہ قادیانی نہیں ہے، میں آپ کو کہہ رہا ہوں۔ اچھا مرزے تے بننے والے مسلمان نہیں آنی ہیں؟ نہیں کافر مشرک میں آپ کو مانتا ہوں۔ اچھا تسی مجھے مشرک سمجھ دیو تو مسلمان دی ڈیفینیشن کی ہے؟ چلو موضوع بعد میں ہے، تو بہرحال مجھے ابھی تبصرہ کر لینے دے اس ٹاپک کے اوپر، پھر آگے ویڈیو بھی چلانی ہے۔ اچھا جی، تو گزارا یہ ہے کہ یہ دیکھ لیں جناب، ساری دنیا دیکھ لیں۔ وہ کہہ رہا ہے کہ تم مفتی کہہ رہے ہو تو میں نے تیری بات تو نہیں ماننی، ہاں اگر مرزا جونیئر جیل میں کہہ رہا ہے تو ٹھیک، وہ صحیح کہہ رہا ہے، وہ صحیح کہہ رہا ہے۔ تہاڈی بھی مننا گا، تہاڈے کوئی پروف ہوئے گا مننا گا۔ مائک میوٹ رکھے، مہربانی مائک، مجھے اپنی قوم کو کچھ بتا لینے دیں، آپ بعد میں جو مرضی کریے گا، بھی میں نے کلپ آگے چلانا ہے تو ہم تھوڑا کلپ چلائیں گے، اس کے اوپر سوالات قائم کریں گے، آپ جواب آپ کا سنیں گے، ہم اس کے اوپر ہم پھر اپنا تبصرہ کریں گے، یہی طریقہ ہوگا نا گفتگو کا، یہی انداز۔ چلیں میں کلپ آگے چلاتا ہوں۔ محسن بٹی صاحب ایک ویڈیو ریکارڈ کروائیں کہ یہ دودھ جو ہے وہ 2 نمبر ہے، تو اس کے بعد کیا لوگوں نے چائے پینا چھوڑ دینی ہے یا بچوں کو دودھ پلانا چھوڑ دینا ہے؟ خدا کے لیے ہاں وہ اب سمجھا رہا ہے، وہ کہہ رہا ہے کہ محسن بٹی صاحب چائے بنائیں تو لوگ کہیں کہ یہ دودھ صحیح نہیں ہے، تو کیا لوگوں نے چائے پینی چھوڑ دینی ہے؟ اگر آپ یہ کہیں کہ قادیانیوں کا ترجمہ قرآن ٹھیک نہیں ہے تو کیا لوگ ترجمہ قرآن پڑھنا چھوڑ دیں گے؟ یہ نہ کہو کہ قادیانیوں کا ترجمہ قرآن غلط ہے، ہاں وہ یہ بات سمجھا رہا ہے۔ ان کے وی لاگ کا یہ مقصد نہیں ہے، وہ یہ بتانا چاہ رہے ہیں کہ یہ والا دودھ جو ہے نہ پیئیں، خالص دودھ پیئیں۔ تو قرآن کا ترجمہ اگر کوئی غلط کرتا ہے، ویسے تو میں اس بات کے ساتھ ایگری نہیں کرتا ہوں، قرآن کے ترجمے میں کوئی فرق ڈال ہی نہیں سکتا۔ ہاں وہ پرچی اس کے ہاتھ میں پکڑی ہوئی ہے، اس کو بڑی حقارت کی نگاہ سے پرچی کو دیکھ کے وہ اب پھینکنے لگے، ابھی اس کے ہاتھ میں پکڑی ہوئی ہے۔ کہتا ہے اس بات کو تو میں ایگری نہیں کرتا کہ قرآن کے ترجمے کے اندر کوئی فرق ڈال سکتا ہے۔ بھائی سنیں جی، آپ سے سوال جب میں کروں گا نا، ابھی آپ سے سوال نہیں میں نے کیا، سوال آگے ہی ہے، آپ کے متعلقہ آگے گفتگو کریں گے ہم۔ تو وہ کہہ رہا ہے کہ دیکھو اس بات کو میں مانتا ہی نہیں ہوں کہ کوئی قادیانی یا کوئی اور کوئی وہ قرآن کا ترجمہ کرنے بیٹھے تو وہ قرآن کا ترجمہ بدل دے، نہیں، کیونکہ سوال ترجمے کا ہوا تھا کہ قرآن ترجمے والا، قادیانیوں کا ترجمے والا قرآن باہر لوگ بانٹ رہے ہیں تو اس کو پڑھنا چاہیے کہ نہیں۔ اس کے اوپر یہ ریبٹل کر رہا ہے کہ اس چیز کو میں مانتا ہی نہیں ہوں کہ قادیانیوں نے قرآن کے ترجمے کو تبدیل کیا ہوگا۔ ہاں آگے سنیں۔ تو آپ کیسے یہ کہیں گے کہ قرآن ترجمے سے ہی پڑھنا چھوڑ دیں، کہ ڈوڑا روند مار دو یارا، پیٹ سے آپ آ کے بیٹھ گئے ہو؟ یعنی اگر کسی کے گھر میں کھانا صحیح نہ بنا ہو تو کہنا ہے میں ایک بار روٹی نہیں کھانی، یہ کہتا ہے؟ یا وہ سیدھا فون کرتا ہے اور جناب آن لائن جو ہے کوئی فاسٹ فوڈ منگوا لیتا ہے یا جا کے لے آتا ہے؟ کھانا پینا تو نہیں آپ چھوڑ سکتے، یہ آپ کی بیسک نیڈ ہے قرآن ترجمے سے پڑھنا، تو یہ 2 نمبری قرآن ترجمے سے پڑھنا کیا ہماری بیسک نیڈ ہے؟ اس پہ بات کر لیتے ہیں جی پپو صاحب۔ دیکھیں قرآن تو سب سوال آپ کے متعلق ہے، قرآن جی بالکل بیسک صحیح کہہ رہا ہے، جب تک ہمیں پتہ نہیں چلے گا قرآن میں اللہ کیا کہہ رہا ہے، اسی پاوے پنجابی پڑھیے، اردو ترجمہ پڑھیے، انگلش پڑھیے، اردو میں بات کریں، اردو میں بات کریں جی اگر جب تک نہیں ہمیں پتہ چلے گا اللہ تعالیٰ ہم سے کیا بات کر رہا ہے تو صرف ہم ثواب کمائیں گے نا، پڑھ کے ثواب ملے گا صرف۔ بہترین ہو گیا، بہترین ہو گیا۔ اچھا مجھے ذرا تھوڑا سا بتا سکتے ہیں کہ کون سا ترجمے والا قرآن پھر پڑھائے؟
ਸਰ ਜੀ ਇਹ ਕਹਿੰਦਾ ਕਿਸੇ ਦਾ ਵੀ ਪੜ੍ਹ ਲਓ, ਬਰੇਲੀਅਨ ਦਾ ਪੜ੍ਹ ਲਓ, ਇਹਦੇ ਹਦੀਸ ਦਾ ਪੜ੍ਹ ਲਓ, ਸ਼ੀਆ ਦਾ ਪੜ੍ਹ ਲਓ, ਜਿਹਦਾ ਵੀ ਪੜ੍ਹ ਲਓ, ਤਰਜਮਾ ਤੇ ਤਰਜਮਾ ਹੈ ਨਾ। ਕਾਦੀਆਨੀਆਂ ਦਾ ਵੀ ਭਾਵੇਂ ਪੜ੍ਹ ਲਓ। ਉਹ ਜਿਹੜੀ ਗੱਲ ਕਰ ਰਿਹਾ ਉਹਦੇ ਨਾਲ ਤਾਂ ਇੰਝ ਹੀ ਲੱਗਦਾ ਹੈ, ਕਹਿੰਦਾ ਕਾਦੀਆਨੀਆਂ ਦਾ ਪੜ੍ਹ ਲਓ, ਬੇਸ਼ੱਕ ਕਹਿ ਰਿਹਾ ਬਿਲਕੁਲ ਇਹ ਗੱਲ ਹੈ, ਤੁਹਾਡੀ ਗੱਲ ਸਹੀ ਹੈ, ਕਹਿ ਰਿਹਾ ਜਿੱਦਾਂ ਮਰਜ਼ੀ ਪੜ੍ਹ ਲਓ, ਕਾਦੀਆਨੀਆਂ ਦਾ ਵੀ ਭਾਵੇਂ ਪੜ੍ਹ ਲਓ। ਜੀ ਜੀ ਬੜੀ ਮਿਹਰਬਾਨੀ। ਲੇਕਿਨ ਅਸੀਂ ਪੜਾਂਗੇ ਨਹੀਂ ਨਾ, ਅਸੀਂ ਨਹੀਂ ਪੜਾਂਗੇ ਕਿਉਂਕਿ ਕੰਟਰੋਵਰਸ਼ੀਅਲ ਚੀਜ਼ ਹੈ, ਅਸੀਂ ਕੰਟਰੋਵਰਸ਼ੀਅਲ ਚੀਜ਼ ਵਿੱਚ ਵੜਾਂਗੇ ਹੀ ਨਹੀਂ। ਅੱਛਾ ਇੱਕ ਮਿੰਟ ਗੱਲ ਤੇ ਸੁਣੋ ਨਾ, ਯਾਨੀ ਮਿਰਜ਼ਾ ਜੂਨੀਅਰ ਜੇਲ੍ਹ ਵਿੱਚ ਤੁਹਾਨੂੰ ਕਹਿ ਰਿਹਾ ਕਿ ਜਿਹਦਾ ਮਰਜ਼ੀ ਪੜ੍ਹ ਲਓ ਲੇਕਿਨ ਤੁਸੀਂ ਨਹੀਂ ਉਹਦੀ ਮੰਨਣੀ। ਅਸੀਂ ਨਹੀਂ ਮੰਨਣੀ, ਅਸੀਂ ਕਿਉਂ ਪੜ੍ਹੀਏ, ਅਸੀਂ ਕਾਦੀਆਨੀਆਂ ਦਾ ਕਿਉਂ ਪੜ੍ਹੀਏ, ਅਸੀਂ ਆਪਣਾ ਕਿਉਂ ਨਾ ਤਰਜਮਾ ਪੜ੍ਹ ਲਈਏ। ਯਾਰ ਪੱਪੂ ਸਾਹਿਬ ਇੱਕ ਤੇ ਤੁਸੀਂ ਲੜ ਪੈਂਦੇ ਹੋ 1 ਮਿੰਟ ਦੇ ਵਿੱਚ ਹੈ। ਠੀਕ ਹੈ ਬੋਲੋ ਸਰ ਬੋਲੋ। ਲੜਾਈ ਤੁਸੀਂ ਛੱਡੋਗੇ ਨਹੀਂ ਤੇ ਕੰਮ ਕਿੰਜ ਅੱਗੇ ਵਧੇਗਾ ਹੈ। ਤੇ ਉਹ ਕੰਮ ਵਧਾਉਣ ਵਾਸਤੇ ਜਿਹੜਾ ਵੇ ਨਾ ਲੜਾਈ ਛੱਡਣੀ ਪੈਂਦੀ ਹੈ। ਗੱਲ ਹੈ ਵੇ ਕਿ ਇੱਕ ਤਰਫੋਂ ਤੁਸੀਂ ਉਹਨੂੰ ਮੰਨਦੇ ਹੋ ਫੇ ਜੋ ਕਹਿੰਦਾ ਠੀਕ ਕਹਿੰਦਾ, ਦੂਜੀ ਤਰਫ ਉਹਦੀ ਮੰਨਦੇ ਹੀ ਨਹੀਂ ਪਏ ਤੁਸੀਂ ਕਿ ਨਹੀਂ ਅਸੀਂ ਉਹਦੀ ਮੰਨਣੀ ਨਹੀਂ। ਕੀ ਚੱਕਰ ਕੀ ਹੈ? ਪਹਿਲੇ ਤੇ ਇਹ ਥੋੜਾ ਜਿਹਾ ਫੈਸਲਾ ਕਰ ਲਓ ਉਹਦੀ ਮੰਨਣੀ ਵੀ ਹੈ ਜੇ ਕਿ ਨਹੀਂ। ਇਹ ਨਾ ਹੋਵੇ ਮੈਂ 2 ਘੰਟੇ ਤੁਹਾਡੇ ਨਾਲ ਗੁਫ਼ਤਗੂ ਕਰਦਾ ਰਹਾਂ ਬਾਅਦ ਚ ਕੁਝ ਨਿਕਲੇ ਵਿੱਚ ਕੁਝ ਹੋ ਨਹੀਂ, ਉਹਦੀ ਮੰਨਣੀ ਜੇ ਕਿ ਨਹੀਂ। ਮਿਰਜ਼ਾ ਜੂਨੀਅਰ ਜੀ ਮੁਫਤੀ ਸਾਹਿਬ ਦੇਖੋ ਉਹ ਕਹਿੰਦਾ ਇੱਕ ਚੀਜ਼ ਅਲਾਉਡ ਹੈ, ਲਾਜ਼ਮੀ ਨਹੀਂ ਤੁਸੀਂ ਉਹ ਕਰਨੀ ਹੀ ਕਰਨੀ ਹੈ। ਮੇਰੇ ਸਵਾਲ ਦਾ ਜਵਾਬ ਦਿਓ, ਇਹਦੀ ਮੰਨਣੀ ਜੇ ਕਿ ਨਹੀਂ? ਤੁਸੀਂ ਮੰਨਣੀ ਹੈ ਸਰ, ਮੰਨਣੀ ਹੈ ਬਿਲਕੁਲ ਮੰਨਦੇ ਹੋ। ਉਹ ਤੇ ਕਹਿੰਦਾ ਪਿਆ ਜਦੋਂ ਅਜੇ ਹੁਣ ਤੁਸੀਂ ਤਸਲੀਮ ਕੀਤਾ ਕਿ ਕਾਦੀਆਨੀਆਂ ਦਾ ਤਰਜਮਾ ਕੁਰਾਨ ਪੜ੍ਹੋ, ਫਰਕ ਕੋਈ ਪਾ ਹੀ ਨਹੀਂ ਸਕਦਾ, ਤੁਸੀਂ क्यों नहीं पढ़ते? अन्नी तकलीद नहीं ना करनी, ऐसी अंधी तकलीद नहीं करते हम, किसी की भी नहीं करते, इसकी भी नहीं करते, ये भी गलत हो सकता है, इंसान है ना, गलत गल कर सकता है। अब ये एक मौजू लग गया, मौजू से मौजू निकाल लेंगे बात बड़ी दूर निकल जानी है। मैं आपको एक मरकज पे रखना चाह रहा हूँ। अच्छा बात अब मुझे भी सवाल भूल गया है कि सवाल बेसिक नीड, तर्जुमा बेसिक नीड हमारी कैसे है? बिल्कुल ऐसा ही है। क्या कैसे है बेसिक नीड? अच्छा कुरान पढ़ना आना हर मुसलमान ते फर्ज है वे या नहीं है? बेसिक नीड कैसे है? आया कुरान की कोई दलील या हदीस कोई है इसके ऊपर कि कुरान का तर्जुमा हमारी बेसिक नीड है? मुफ्ती साहब देखिए कुरान हमारे लिए नाज़िल हुआ है ना, हमारी रहनुमाई के लिए जी जी ना। जी कुरान तो हमें तो होगी कि नहीं कि भाई बेसिक कहते बुनियाद, बुनियाद जो है ना इस्लाम की जो बुनियादें हैं वो फर्ज है हमारे ऊपर, आपको पता है कि नहीं पता? जी जी बिल्कुल बिल्कुल भाई बेसिक का मतलब बुनियाद, इंग्लिश में बुनियाद को बेसिक कहते हैं, सही है? जी 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 बिल्कुल बिल्कुल बुनियादी चीजें यानी फर्ज चीजें जो हैं, जैसे जी, जी। मैं कहता हूं कि नमाज हमारी बेसिक है, रोजा हमारी बेसिक है, कुरान और हदीस हमारी बेसिक है, ऐसा ही है? जी 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 बिल्कुल ऐसा ही है। तो पता ये चला कि ये बेसिक नीड है कुरान तर्जुमे से पढ़ना। आया ये कुरान में या हदीस में कहीं तो होगा कि नहीं होगा? हदीस में है नहीं कि मैं मरने के मफहूम है कि मैं अपने पीछे कुरान और सही हदीस छोड़ के जा रहा हूँ। नहीं उसमें तर्जुमे का जिक्र तो नहीं है कि कुरान नहीं तर्जमे तो सादी फिर मैं अरबी पढ़ता जाऊँ, मुझे समझ ही ना आए, सिर्फ सवाब कमा रहा हूँ ना, तर्जमा नहीं पढ़ूँ। वो इमोशनल बातें हैं ये। अच्छा नहीं सर इमोशनल बातें, हाँ नहीं आपसे एक बात कर रहे हैं, मैं इमोशनल बात कर रहा हूँ है ना, तर्जमे के साथ नहीं पढ़ना चाहिए। बात सुनिए पता है ये दलाइल की दुनिया है मेरे भाई। जी जी कहानियां और गप्पों की दुनिया तो है नहीं। कहानियां जितनी भी सुनाएंगे भाई, कहानियां जितनी भी सुनाएंगे वो कहानियों के ऊपर किसी ने तवज्जो नहीं देनी। अब आप सुना रहे कहानी, कहानी तो नहीं चलेगी, यहाँ तो दलील चलेगी, कुरान चलेगा, हदीस चलेगी, क्योंकि बाबों बुजुर्गों को तो आप लोग मानते ही नहीं है। बाबों का तो मानते हैं सर, क्यों नहीं मानते, मानते हैं जी, जो मर गए अल्लाह उनको जन्नत बख्शे, मानते हैं। भी तो सही ना, मरज़ई किदों मनते ने, वो ते ਤੁਹਾਡਾ ਤੇ नारा पे है बाबों का खुदा कोई और, किताबों का कोई और। मौजू आप बदलते जाएंगे आप, मैं उस मौजू पे ही आपको रखना चाह रहा हूँ, मौजू बदलते जाएंगे। मैं कह रहा हूँ आपके हर मौजू पर मैं बात कर सकता हूँ। जी 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 तो सर अच्छा मुझे अब फॉर एग्जाम्पल मेरा एक बच्चा पैदा होता है, मेरा फर्ज है ना कि उसको कुरान उसको यार हाँ या नाम एक छोड़े यार, कुरान में है किसी जगह तज़किरा? हदीस में है ना, मैंने बता दिया ना, हदीस कुरान और हदीस में कोई खास फर्क तो नहीं है ना, जब हदीस में है ऐसा कुछ है कि नहीं है? मुझे सर मैंने ज़बानी पढ़ा तो नहीं, मैं कैसे तो कहीं ना कहीं होगा तो सही है कि नहीं है, मुझे बताएं। छोड़ें कि कुरान तर्जुमे से पढ़ना हमारी बेसिक नीड है। मुझे नहीं पता इस चीज का, मैं कमेंट नहीं बात कर सकता। हदीस में है, बिल्कुल हदीस में है। हो गया यार, हदीस में है, लाएं वो कौन सी हदीस है?
حدیث میں ہے کہ میں اپنے پیچھے اپنے پیچھے قرآن اور حدیث چھوڑ کے جا رہا ہوں، قرآن اس کے ساتھ لگ کے رہنا۔ ترجمہ نہیں قرآن چھوڑ ہاں تو قرآن پھر تو سانو کون سکھائے گا، تسی سکھاؤ گے؟ ہاں یہ اب الگ بات ہے، یہ ایک الگ اچھا بات ہے۔ جی قرآن چھوڑ کے جا رہا ہوں، وہ تو قرآن کے اندر بھی موجود ہے، جی قرآن بالکل۔ کے اندر بھی آپ کہہ رہے ہیں قرآن کا مجھے پتہ ہی نہیں ہے۔ تو قرآن ہمیں کون سکھائے گا؟ کہ قرآن کو مانو، قرآن کو پڑھو، قرآن کے بڑے فضائل ہیں، وہ حدیث تو صرف عربی میں پڑھا، اردو نہ کریے، اردو نہ پڑھیے۔ نہیں وہ بھائی یہ کہانیاں آپ سنا رہے ہیں، میں کہہ رہا ہوں یہ دلیل کی دنیا ہے، یہاں دلائل چلتے ہیں، کہانی نہیں چلتی۔ آپ لوگوں نے مرزا قادیانی نے بھی کہانیاں سنائی، مرزا جونیئر جیلمی نے بھی آپ کو کہانیاں سنائی، آپ لوگ ان کی کہانیوں کے پیچھے چل پڑے۔ اچھا آپ لوگ کہتے ہیں اگر ہم ترجمے سے قرآن پڑھیں گے تو بھٹک جائیں گے۔ ذرا میرے معززین آئے ہیں، میں پہلے ان سے، آپ اتنی اہمیت نہیں میرے لیے رکھتے۔ پیر صاحب کو میں سلیوٹ کرتا ہوں پہلے۔ جزاک اللہ خیر، السلام علیکم۔ نہیں بہت حسینی کی صحیح رگڑ کے کی ہے آپ نے، یہ سلیوٹ کرتا ہوں، ویل ڈن، بالکل بس صحیح ہو گیا۔ میں سن رہا تھا پھر میں نکل آیا بعد میں، لیکن جتنی میں نے گفتگو سنی ہے صحیح اس موضوع پہ آپ نے ادھر ہی کہا آج جواب دے۔ یہ اصل میں منکر حدیث ہے اور یہ منکر قرآن بھی ہے۔ ویسے اپنے آپ کو یہ آج کی گفتگو سے یہ آئیڈیا ہوا ہے کہ یہ قرآنسٹ سمجھ رہے، لیکن یہ قرآنسٹ بھی نہیں ہے، اس کے ملحدانہ عقائد و نظریات ہیں، ٹھیک ہے، سب کو صحیح بھی کہتے ہیں، سب کو غلط بھی کہتے ہیں۔ تو بہرحال آپ نے صحیح رگڑ۔ جی جزاک اللہ خیر۔ اصل میں بات یہ ہے مفتی صاحب کہ وہاں پہ ہمارے بھائی رحیل صاحب بتا رہے ہیں کہ دیکھیں پہلے قبلہ بیت المقدس کی طرف تھا، منسوخ ہوا، اب خانہ کعبہ کی طرف ہے۔ کہتا ہے قرآن سے دکھا دیجئے، قرآن سے دکھا دیجئے۔ میں کافی ان کی بات سن کے میں نے کہا چلے مجھے تھوڑا سا موقع دیجئے، تو رحیل صاحب نے کہا ٹھیک ہے آپ بات کیجئے۔ میں نے آ کر قرآن مجید کی تلاوت کی، آیات کی تلاوت کی، اسی میں دلیل موجود ہے، لیکن ان کے لیے جو واقعتاً قرآن کو سمجھتے ہوں۔ قرآن میں آیا ما ننسخ من آیت او ننسہا، مفتی صاحب بات ختم ہوئی ہے نہیں؟ او ننسہا، جب بات یہ آئی کہ اللہ پاک خود بلا دیتے ہیں اس حکم کو جو پہلے دے دیا گیا ہے، اب آپ مطالبہ کریں کہ مجھے وہ دلیل دے دو، میں کہاں سے دے دوں گا جب اللہ پاک نے خود محو کر دی ہے میرے دماغ سے وہ بات۔ اب اس کے جو ہے وہ پریشان ہو گیا۔ میں کہتا ہوں ایک ایک دلیل، میں نے آپ کی قرآن کی آیتیں سنی، احادیث سنی، میں کہتا ہوں ایک ایک چیز کمال کی، اس کی بولتی بند ہو گیا، اس کو چھڑانے کے لیے کہا دیا نہیں اب آئے بیچ میں۔ تو آپ نے صحیح کیا، ان دونوں کی بےزتی کر دی کہ بھائی تو کون ہوتا ہے تو بات کرنے والا، میں اس سے بات جب کر رہا ہوں۔ بالکل ٹھیک ہو، بالکل ٹھیک ہو۔ نہیں اصل میں بات یہ ہے کہ دیکھیں آپ کی عزت ہے، آپ میری عزت کرتے ہیں، لیکن میں جہاں جب بھی دیکھوں گا آپ قرآن و حدیث کو رد کریں گے تو میں تو آپ کو چھوڑوں گا نہیں، آپ بھی نہیں چھوڑیں گے، یہ بات ہے۔ میں نے کہا تمہیں منہ کی کہانی پڑے گی اگر قرآن و حدیث کو رد کرو گے، آؤ جواب دے دو۔ جہاں نیچے بیٹھ کے حالانکہ میں نے کال ڈالی ہوئی تھی، میری کال اس نے ایکسپٹ نہیں کی، لیکن اللہ کی قسم جو میں نے کرنا تھا جا کے، میں آپ کی جگہ پہ ہوتا میں نے بھی یہی کرنا تھا، اور میں خوش ہو رہا تھا کہ دیکھو اللہ نے ایک ایسا سبب بنا دیا ہے کہ بہترین۔ مفتی صاحب معذرت چاہتا ہوں، آپ کا اگر بات لمبی ہے تو میں نکل جاؤں یا میں سے بات نکلتے، آپ ہمارے لیے اتنی اہمیت کیا ملنی ہے، جائیں آپ۔ جی جب آپ انسان کے پاس دلیل نہ ہو، انسان اینڈ میں یہی بات کہتا ہے۔ ایسے ہی ہوتا ہے، ایسے ہی ہوتا ہے، آپ جائیے آپ جائیے۔ جی پیر صاحب بات دعا میں یاد رکھیے گا۔ السلام علیکم۔ آپ ان سے بات کیجئے، ہماری بات ہو جائے گی۔ اللہ آپ کو ہدایت دے، اللہ آمین آمین۔ السلام علیکم ورحمۃ اللہ وبرکاتہ۔ وعلیکم السلام۔ جی مفتی صاحب کیا حال ہے، ٹھیک ٹھاک ہو؟ شکر اللہ کا جی مفتی صاحب، اچھا سر تسی نا مینوں صرف میرا ایک سوال ہے چھوٹا جہا کہ اس ٹائم موجودہ جو ساڈا پاکستان دے جننے علماء اکرام نے، علماء حق نے، تسی صرف کسی ایک دا نام یا کسی دو دا یا چار دا نام نامینیشن کر چھوڑو کہ اسی انہاں نوں سنیے تے اسی اپنے ایمان تے یا دین تے مکمل ہاں۔ سبحان اللہ، بہت اچھا سوال ہے سر، بہت اچھا۔ جی سر، علماء اکرام جو بھی ہیں ان کو سنیں، جو عالم ہیں ان کو سنیں۔ عالم عالم ہوتا ہے، جاہل جاہل ہوتا ہے۔ مرزا جونیئر جیلمی جاہل آدمی ہیں،
یہ پیر اسکانی میرے مسلک کے نہیں ہے, میرے مکتب فکر کے نہیں ہے, لیکن عالم ہے. میں سلیوٹ ابھی کر رہا ہوں, میں عالم, میں خود عالم. نہیں سلیوٹ کر رہا ہوں. میرے سوال کا عالم نا عالم ہوتا ہے, وہ سیدھا دوسروں سے سیدھا ممتاز ہوتا ہے. مفتی بھائی وہ کروڑوں جاہل ایک سائڈ پہ, ایک عالم ایک سائڈ پہ. آپ وہ اچھے پھر بندے, بھی جی آپ اچھے بندے ہو, اور آپ کی جد و جہد کا ہم سلام کرتے ہیں. وہ جاہل آدمی ہے, آپ کی جد و جہد کا ہم سلام کرتے ہیں. پلیز بھائی آپ کی جد و جہد کا ہم سلام کرتے ہیں. مفتی صاحب میں جواب دے دینا. جی شکریہ, جی شکریہ. آپ جواب دے دیں, آپ دے دیں. میں جواب دیتا ہوں, یہ سنیں ذرا جی جی رضوان جٹ صاحب. پہلے تو یہ بتا دیں مرزا جونیئر جیلمی کو آپ کیا سمجھتے ہیں؟ بھائی یہ جو نا میرے سے قبر کے سوال نہیں کرنے آپ مجھے, میں نے جو سوال کیا نا میں سمجھتے کیا ہو؟ یہ کون ہے بھائی, یہ پہلے مجھے یہ میں اس کو خنزیر سمجھتا ہوں, کافر یہ سمجھتا ہوں. کون ہے پہلے یہ بتائیں مجھے. مرزا جونیئر سن لیں تو پتہ چل جائے گا. لیکن کم از کم جو میں نے سوال کیا نا, نہیں آپ پرسنالٹی کو ٹارگٹ کرتے ہیں نا بھائی. نہیں سوال ہے نا سر, سر آپ ہر بندے کو دشمن کے نظریے سے کیوں دیکھتے ہو؟ نہیں لگا ہوں, ہر بندے کو دشمن کے نظریے سے کیوں دیکھتے ہیں بھائی؟ مائک میوٹ کرے پلیز بھائی, انہاں دا مائک میوٹ کرو, مینوں ویڈیو چلا لیں دیو, پھر میں تہاڈے کو سوال کرنا. سر ٹھیک ہے, میں مرزا جونیئر نے جو تسی آندے ہو میں کرنا. کرو گے کہ نہیں؟ معذرت مینوں یہ دسو. جواب نہیں ہوتا یہ میوٹ کر دیتے ہیں. میں نے خود نیچے اتارا ہے. مرزا جونیئر کہندا کہ مینی خدا ہون گے, مینی خدا ہون گے. آپ کے پاس جواب نہیں ہے تو آپ نے نیچے اتار دیا بھائی کو. اچھا سارے چپ کر جو پلیز, چپ کر کے سنو. پھر وچ جڑا بولے گا میرے کو میوٹ دی آپشن تے کوئی نہیں ہوندی تے میں تھلے ہی لا دینا. چپ کر کے سنو, ویڈیو سنو پہلے, تانوں بعد چ لینے آ ہونے. یہ ایتھے کال تے رہیا جے. اچھا یہ مردوں کے لیے جنت میں 70 روڑیاں مولانا طارق جمیل صاحب بھی بڑے جناب یہ لے کے سناتے ہیں, اور بعض لوگ اس پہ اعتراض کرتے ہیں, بعض لوگ خوش ہوتے ہیں. اچھا یہ اب عورتوں کو کیا ملے گا یہ جنت میں؟ دیکھیں جی, پہلی بات یہ ہے کہ قرآن و سنت اس مسئلے میں خاموش ہے. عورتوں کے مسئلے میں یہ عورتیں بھی آزاد کر کہتی ہیں کہ ہمارے لیے کچھ نہیں. جی جی, عورتوں کو یہ کہیں کہ ہاں میں اس کا میں جواب دیتا ہوں. عورتوں سے یہ کہیں کہ انشاءاللہ آپ کے لیے ہر وہ چیز ہوگی جو آپ خواہش کریں گے. جو قرآن حکیم میں ہے کہ جنتی کے لیے ہر وہ شے ہے جو وہ خواہش کرے گا. اگر کسی عورت کے لیے, یا وہ جواب ہے جو محمدی صاحب نے بھی دیا, میں دیتا ہوں جواب. اگر کسی عورت کی یہ خواہش ہے کہ اس کے لیے ایک سے زیادہ مرد ہو, یا وہ ایک سے زیادہ اس کو بھی حوریں ملے, تو اللہ تعالیٰ اس کی خواہش پوری کر سکتا ہے. ہاں وہ اس طرح کر سکتا ہے کہ اس کو جنت میں مرد بنا دے اور اس کو حوریں دے دے. اللہ تعالیٰ ہر چیز کے اوپر قادر ہے نا. باقی جو اللہ تعالیٰ کے اپنا فینومینا ہے اس کے اندر تو اس کے اوپر کوئی قدر نہیں لگائی جا سکتی نا. کہ اگر آپ کہیں کہ جی اللہ تعالیٰ نے جنت میں بھی 2 آنکھیں, 1 ناک, 2 کان اور ہونٹ اور یہ چیزیں رکھی ہوئی ہیں, میں چاہتا ہوں جی میری جنت کے اندر جو ہے نا وہ ببر شیر والی شکل بن جائے, تو قرآن و حدیث میں ثابت کرے, تو میں کہوں گا ایسا ہو سکتا ہے. اللہ تعالیٰ آپ کی خواہش پوری کر دے کہ آپ کو اگر ببر شیر بننے میں زیادہ مزہ آتا ہے تو آپ کو ببر شیر بنا دے گا اللہ تعالیٰ. ببر شیر ان کو اٹھائیں جی, مردائیوں کو اٹھائیں, دونوں مردائیوں کو اٹھائیں. جی مفتی صاحب, میں تو کہنا جی اس ਨੂੰ کھوتا ہونا چاہیے. اچھا پلیز سارے میوٹ لگا لیں, ٹھیک ہے مفتی صاحب, میری ڈسٹربنس ہوتی ہے. پپو کتنے گئے ہیں تو پپو؟ جب گفتگو ہو رہی ہو تو پھر بیچ میں کوئی نہ بولا کرے یار, وہ پھر نہ مزہ کرکرا ہو جاتا ہے. پپو جڑا نا پپو غائب ہو گیا. نہیں 2 ہی آئے نہیں 2 ہی آئے نے 2 یہ مفتی صاحب السلام علیکم. نہیں معذرت, بالکل شکریہ پپو بھائی. 1 منٹ چپ کرا جے. جی جی بولو. نا معذرت بھائی جی, تساں مینوں مرزائی آکھیا. جی جی دونوں مرضی. میں تیرے مولوی دی بھੈਣ دا کوس کوٹ چھڑنا کتی دیا بچیا تے نال تیرے بیٹھیاں دی وی لعنت. جٹ صاحب گالی نہیں, گالی نہیں, اے گل غلط ہے. نے میرے تے جھوٹ کیوں؟ نہیں کوئی گل نہیں, اے سر بلو دی بیٹھ نہیں, گالی نہیں دینی. دوبارہ چکو, دفاع کرو یار, چھوڑو, گالی نہیں. اچھا مفتی صاحب میں تو جواب دیاں جڑی جن کے سامنے گل کیتی ہے لوگوں کو پتہ, انہاں نے دوبارہ چکو. نہیں جٹ صاحب گال نہیں کڈنی. مفتی صاحب ہن جی نے گال کڈی نا تے پھر میں ٹھہرو.
इल्म अकेडमी की तालीमत का पता चले। मैं गाल नहीं करता, इस बंदे ने केड़ा इल्जाम लाया मेरे ते। ओ तेरी मैं कुड़ी दा खुसा गुटा इन्हें मेरे ते इल्जाम क्यों लिया? तेरी भैन दा खुसा ते नाल इस मौलवी दा भी। तू मेरे ते इल्जाम क्यों लाया? तू मेरे ते इल्जाम क्यों लाया? मेरे ते इल्जाम क्यों लाया? ਤੁਹਾਡੀ ਭੈਣ ਦਾ अपने माँ पिता के बारे दस, अपने माँ पिता के बारे ਜਦੋਂ ਇਹਨਾਂ ਕੋਈ ਜਵਾਬ ਨਹੀਂ ਹੁੰਦਾ ਇਲਜ਼ਾਮ ਲਾ ਦਿੰਦੇ ਨੇ ਨਾ ਜੱਟ ਸਾਹਿਬ। खुल के करनी है अपने माँ पिता की तशरीह खुल के कर। अच्छा जी एक ਮਿੰਟ ਕਰੋ ਮੈਂ ਜਵਾਬ ਦੇਣਾ ਮੁਫਤੀ ਸਾਹਿਬ, ਮੈਂ ਤੁਹਾਨੂੰ ਜਵਾਬ ਦੇਣਾ। ਜਿਹੜੀ ਵੀਡੀਓ ਇੰਜੀਨੀਅਰ ਸਾਹਿਬ ਨੇ ਉਹਦੇ ਚ ਕੀ ਗੱਲ ਗਲਤ ਉਹਨੇ ਆਖੀ ਏ? ਉਹ ਕਹਿ ਰਿਹਾ ਜੰਨਤ ਵਿੱਚ ਇੱਕ ਮਿੰਟ ਪੱਪੂ ਸਾਹਿਬ, ਇੱਕ ਮਿੰਟ ਗੱਲ ਸੁਣੋ। ਜੰਨਤ ਦੇ ਵਿੱਚ ਉਹਨੇ ਕਿਹਾ ਵੇ ਕਿ ਤੁਹਾਡੀਆਂ ਮਾਵਾਂ ਨੂੰ 4 ਸ਼ੋਹਰ ਮਿਲਣਗੇ। ਤੁਸੀਂ ਕਬੂਲ ਕਰਦੇ ਹੋ ਕਿ ਇਹਨੇ ਸਹੀ ਗੱਲ ਕਹੀ? ਸਰ ਨਹੀਂ ਉਹਨੇ ਆਖਿਆ ਜੋ ਔਰਤ ਦੀ ਖੁਆਇਸ਼ ਹੋਗੀ, ਜੋ ਆਦਮੀ ਦੀ ਖੁਆਇਸ਼ ਹੋਏਗੀ ਸਭ ਪੂਰੀ ਕਰੇਗਾ ਅੱਲਾਹ ਤਾਲਾ। ਕਿ ਤੁਹਾਡੀ ਵਾਲਦਾ ਦੀ ਇਹ ਖੁਆਇਸ਼ ਹੈ ਕਿ ਮੈਨੂੰ ਜੰਨਤ 'ਚ 4 ਸ਼ੋਹਰ ਮਿਲਣ, ਅੱਲਾਹ ਉਹਨੂੰ ਦੇਵੇਗਾ ਕਿ ਨਹੀਂ? ਸਰ ਜੀ ਜਿਸ ਇਨਸਾਨ ਦੀ ਚਾਹੇ ਉਹ ਤੁਹਾਡੀ ਮਾਂ ਹੈ, ਚਾਹੇ ਮੇਰੀ ਮਾਂ ਹੈ, ਚਾਹੇ ਕਿਸੇ ਦੀ ਮਾਂ ਹੈ, ਸਾਡੀਆਂ ਮਾਵਾਂ ਵਾਸਤੇ ਤੇ ਹਰਾਮ ਹੈ ਨਾ ਇਹ ਮਸਲਾ। ਸਿਰਫ ਉਹਨੇ ਆਪਣੇ ਮਰਜ਼ੀਆਂ ਵਾਸਤੇ ਬਿਆਨ ਕੀਤਾ ਵੇ, ਸਾਡੇ ਵਾਸਤੇ ਤੇ ਨਹੀਂ ਨਾ। ਅੱਲਾਹ ਤਾਲਾ ਵਹਦਹੁ ਲਾ ਸ਼ਰੀਕ ਹੈ, ਉਹ ਕਹੇਗਾ ਕੁਲ ਫਯਕੂਨ, ਉਹ ਜੋ ਕਹੇਗਾ ਹੋ ਜਾਏਗਾ। ਹਾਂ ਅੱਛਾ ਦੱਸੋ, ਤੁਹਾਡੀ ਵਾਲਦਾ ਅਗਰ ਕਵੇ ਜੰਨਤ 'ਚ ਮੈਨੂੰ 4 ਸ਼ੋਹਰ ਮਿਲਣ, ਅੱਲਾਹ ਉਹਨੂੰ ਦਵੇਗਾ ਕਿ ਨਹੀਂ ਦਵੇਗਾ? ਮੁਫਤੀ ਸਾਹਿਬ ਦੇਖੋ ਮੈਂ ਪਰਸਨਲ ਨਹੀਂ ਹੋਣਾ, ਫਿਰ ਗਾਲਾਂ ਤੁਸੀਂ ਖਾਂਦੇ ਹੋ ਜਦੋਂ ਬੰਦਾ ਕੱਢ ਕੇ ਗਿਆ ਹੈ। ਗੱਲ ਨਹੀਂ ਕੱਢਣੀ, ਕਹਿਣਾ ਉਹਨੇ ਸਹੀ ਗੱਲ ਕਹੀ ਹੈ, ਉਹਨੇ 100% ਸਹੀ ਗੱਲ ਕੀਤੀ ਹੈ। ਅਗਰ ਬਿਲਕੁਲ ਠੀਕ ਹੋ ਭਾਈ ਜਾਨ ਮੈਂ ਗਾਲ ਕੱਢੀ ਕਿਉਂਕਿ ਨਾ ਮੇਰੇ ਤੇ ਝੂਠ ਬਣਿਆ ਯਾਰ, ਮਰਜ਼ੀ ਮੇਰੇ ਤੇ ਝੂਠ ਨਾ ਬੰਦੇ ਤੇ ਮੈਂ ਗਾਲ ਕਿਉਂ ਕਰਨੀ? ਤੈਨੂੰ ਬਾਅਦ ਪੁੱਛਣਾ ਰਿਜ਼ਵਾਨ ਮਰਜ਼ੀ, ਇੱਕ ਮਿੰਟ ਬਾਅਦ ਗੱਲ ਕਰਨੀ ਹੈ। ਤੇਰੀ ਖੁਦੀ ਭੈਣ ਦੀ ਤੂੰ ਮੈਨੂੰ ਪੁੱਛ, ਮੈਂ ਤੇਰੀ ਭੈਣ ਦੇ ਵਿੱਚੋਂ ਨਾ ਲਾਂਗੀ ਨਾ। यार एक मिनट यार रिजवान, मुफ्ती साहब मैं एग्री करना। मुफ्ती साहब इंजीनियर मोहम्मद अली मिर्जा ने सही आख्या। पप्पू साहब ਤੁਹਾਡੀ ਵਾਲਦਾ ਅਗਰ ਖੁਆਇਸ਼ ਕਰਦੇ ਉਹਨੂੰ ਲੱਭਣਗੇ ਕਿ ਨਹੀਂ? ਸਭ ਕੋਈ ਵੀ ਖੁਆਇਸ਼ ਕਰੇ ਜੰਤੀ ਔਰਤ ਉਹਨੂੰ ਮਿਲੇਗੀ ਬਈ। ਕੋਈ ਬਈ ਔਰਤਾਂ ਦੀ ਗੱਲ ਨਾ, ਤੁਸੀਂ ਆਪਣੀ ਵਾਲਦਾ ਦੇ ਬਾਰੇ ਦੱਸੋ। ਤੁਹਾਡੀ ਵਾਲਦਾ ਅਗਰ ਖੁਆਇਸ਼ ਕਰਦੇ ਅੱਲਾਹ ਉਹਨੂੰ ਦੇਵੇਗਾ? ਸਰ ਜੀ ਅੱਲਾਹ ਤਾਲਾ ਵਹਦਹੁ ਲਾ ਸ਼ਰੀਕ ਹੈ, ਜਿਹੜੀ ਵੀ ਔਰਤ ਕਰੇਗੀ ਉਹਦੇ ਚ ਉਸ ਜਿਹੜੀ ਵਿੱਚ ਮੇਰੀ ਮਾਂ ਵੀ ਜ਼ਾਹਿਰ ਆਂਦੀ ਹੈ। ਅੱਲਾਹ ਮੇਰੇ ਤੇ ਦੁਆ ਹੈ ਅੱਲਾਹ ਮੇਰੀ ਮਾਂ ਨੂੰ ਜੰਨਤੁਲ ਫਿਰਦੌਸ ਦੀ ਜਗ੍ਹਾ ਅਤਾ ਫਰਮਾਏ। ਮੇਰੀ ਮਾਂ ਨੂੰ ਅੱਲਾਹ ਜੰਨਤ ਦੀ ਜਗ੍ਹਾ ਉੱਥੇ ਜੋ ਮਰਜ਼ੀ ਕਰੇ, ਉਹਦੀ ਜਿਹੜੀ ਖੁਆਇਸ਼ ਕਰੇ। ਜਵਾਬ ਯਾਰ ਭਾਈ ਮਿਲ ਗਿਆ ਜਵਾਬ, ਠੀਕ ਹੈ। ਲੋ ਜੀ ਪੱਪੂ ਮਰਦਈ ਸਾਹਿਬ ਦੀ ਵਾਲਦਾ ਅਗਰ ਜੰਨਤ 'ਚ 4 ਸ਼ੋਹਰਾਂ ਦਾ ਸਵਾਲ ਕਰੇਗੀ ਤੇ ਪੱਪੂ ਮਰਦਈ ਸਾਹਿਬ ਕਹਿੰਦੇ ਨੇ ਬਿਲਕੁਲ ਉਹਨੂੰ ਮਿਲਣਗੇ। ਅੱਲਾਹ ਨੂੰ ਮਰਦ ਬਣਾ ਦੇਗਾ। ਅੱਲਾਹ ਕਹਿੰਦਾ ਉਹ ਮੁਫਤੀ ਸਾਹਿਬ ਉਹਨੇ ਆਖਿਆ ਉਹ ਮਰਦ ਬਣ ਜਾਏਗੀ। ਯਾਰ ਸਵਾਲ ਵੀ ਤਾਂ ਸੁਣ ਲਓ ਯਾਰ, ਸਵਾਲ ਵੀ ਤਾਂ ਸੁਣ ਲਓ, ਅਤਾਵਲੇ ਹੋ ਜਾਂਦੇ ਹੋ ਇੱਕਦਮ। ਠੀਕ ਹੋ ਗਿਆ। ਅੱਛਾ ਗੱਲ ਹੈ ਕਿ ਤੁਹਾਡੀ ਵਾਲਦਾ ਨੇ ਤੇ ਕੀਤੇ ਸਨ 4 ਸ਼ੋਹਰਾਂ ਦਾ ਸਵਾਲ, ਲੇਕਿਨ ਉਹਦੀ ਅੱਲਾਹ ਨੇ ਖੁਆਇਸ਼ ਤੇ ਪੂਰੀ ਕੀਤੀ ਕੋਈ ਨਹੀਂ। ਉਹਨੂੰ ਕੀ ਕੀਤਾ ਕਿ ਸ਼ੋਹਰ ਬਣਾ ਦਿੱਤਾ, ਅੱਗੋਂ ਉਹਨੂੰ 4 ਹੂਰਾਂ ਦੇ ਦਿੱਤੀਆਂ। ਇਹ ਤੇ ਖੁਆਇਸ਼ ਤੇ ਪੂਰੀ ਨਾ ਹੋਈ। ਇੰਜੀਨੀਅਰ ਨੇ ਇੰਜ ਆਖਿਆ ਬਿਲਕੁਲ ਇਹ ਹੋਈ, ਉਹ ਤੇ ਖੁਆਇਸ਼ ਤੇ ਪੂਰੀ ਨਾ ਫਿਰ ਹੋਈ। ਫਿਰ ਅੱਲਾਹ ਬਿਹਤਰ ਜਾਣਦਾ ਕੀ ਹੋਏਗਾ, ਕਿਉਂਕਿ ਇੱਕ ਔਰਤ ਇੱਕ ਨਾਲ ਜ਼ਿਆਦਾ ਮਰਦ ਤੇ ਨਹੀਂ ਰੱਖ ਸਕਦੀ ਨਾ। ਤੇ ਇਹ ਮਸਲਾ ਕੁਰਾਨ 'ਚ ਨਾ ਹੀ ਹਦੀਸ 'ਚ ਮਿਰਜ਼ਾ ਜੂਨੀਅਰ ਨੇ ਖੁਦ ਕਿਹਾ ਵੇ ਕਿ ਇਹਦਾ ਕੁਰਾਨ ਦੀ ਇਸ ਨਾਲ ਤਲਕ ਹੋਣੀ। ਇਹ ਤੇ ਬਿਹਤਰ ਤੇ ਮਿਰਜ਼ਾ ਜੂਨੀਅਰ ਜੇਲ੍ਹ ਵਿੱਚ ਜਾਣਦਾ ਨਾ। ਤੁਸੀਂ ਇਹ ਮਤ ਕਹੋ ਕਿ ਅੱਲਾਹ ਬਿਹਤਰ ਜਾਣਦਾ, ਤੁਸੀਂ ਕਹੋ ਕਿ ਮਿਰਜ਼ਾ ਜੂਨੀਅਰ ਜੇਲ੍ਹ ਵਿੱਚ ਬਿਹਤਰ ਜਾਣਦਾ। ਵੈਸੇ ਸਾਜੀ ਸੁਣਿਆ ਹੈ ਇਹ ਕਿ ਔਰਤ ਦਾ ਜਿਹੜਾ ਦੁਨੀਆ ਤੇ ਮੀਆਂ ਹੋਏਗਾ ਨਾ ਉਹੀ ਜੰਨਤ ਵਿੱਚ ਹੋਏਗਾ ਇਨਸ਼ਾਅੱਲਾ। ਉਹ ਮਸਲੇ ਬਾਅਦ ਚੋਂ ਬਈ ਤੁਹਾਡੀ ਵਾਲਦਾ ਨੇ ਤੇ ਮੰਗੇ ਸਨ 4 ਸ਼ੋਹਰ, ਅੱਲਾਹ ਨੇ ਉਹਦੀ ਖੁਆਇਸ਼ ਪੂਰੀ ਨਹੀਂ ਕੀਤੀ, ਉਹਨੂੰ ਬਣਾ ਦਿੱਤਾ ਸ਼ੋਹਰ, ਉਤੋਂ ਉਹਨੂੰ ਹੂਰਾਂ ਦਿੱਤੀਆਂ। ਉਹਨੇ 4 ਹੂਰਾਂ ਦੀ ਖੁਆਇਸ਼ ਤੇ ਕੀਤੀ ਕੋਈ ਨਹੀਂ, ਉਹਨੇ ਤੇ 4 ਸ਼ੋਹਰਾਂ ਦੀ ਖੁਆਇਸ਼ ਕੀਤੀ ਸੀ, ਉਹਨੂੰ 4 ਹੂਰਾਂ ਮਿਲ ਗਈਆਂ, ਉਤੋਂ ਉਹਦੀ ਅੱਲਾਹ ਨੇ ਜਿੰਸ ਵੀ ਤਬਦੀਲ ਕਰ ਦਿੱਤੀ। ਇਹ ਕੀ ਡਰਾਮਾ ਹੋ ਗਿਆ ਬਾਈ ਯਾਰ? ਹੁਣ ਫਿਰ ਅੱਲਾਹ ਦੀ ਅੱਲਾਹ ਹੀ ਜਾਣੇ, ਮੈਂ ਹੁਣ ਇਹਨਾਂ ਡੀਪ ਤੇ ਨਹੀਂ ਜਾ ਸਕਦੇ। ਦੁਆ ਕਰੋ ਅਸੀਂ ਜੰਨਤ ਤੇ ਜਾਈਏ। ਤੇ ਫਿਰ ਹੋ ਸਕਦਾ ਨਾ, ਫਿਰ ਇੰਜ ਵੀ ਤੇ ਹੋ ਸਕਦਾ ਹੈ। ਚਲੋ ਥੋੜਾ ਜਿਹਾ ਹੱਲ ਕਰਨੇ ਆ ਕਿ ਮਤਲਬ ਹੈ ਕਿ ਤੁਹਾਡੇ ਵਾਲਦ ਨੇ ਇੱਕ ਮਿੰਟ ਯਾਰ, ਉਹ ਭਾਈ ਤੁਰਕੀ ਸਾਹਿਬ ਥੋੜਾ ਜਿਹਾ ਰੁਕੋ ਯਾਰ, ਤੁਸੀਂ ਬਾਅਦ ਚ ਆ ਜਾ, ਬਾਅਦ ਥੱਲੇ ਲੈ ਜਾਓ, ਤੁਸੀਂ ਬਾਅਦ ਚ ਆ ਜਾ। ਅੱਛਾ ਗੱਲ ਸੁਣੋ ਭਾਈ। ਆਮਰ ਸਾਹਿਬ ਹੁਣ ਨਾ ਕਿਸੇ ਨੂੰ ਚੁੱਕਿਓ ਪਲੀਜ਼। ਠੀਕ ਹੈ ਮੇਰੇ ਮਾਈਕ ਮਿਊਟ ਕਰੋ ਭਾਈ। ਅੱਛਾ ਤੁਹਾਡੇ ਵਾਲਦੇ ਗ੍ਰਾਮੀ ਦਾ ਅਗਰ ਦਿਲ ਕਰ ਪੈਂਦਾ ਜੀ ਔਰਤ ਬਣਨ ਨੂੰ, ਤੇ ਕਿਆ ਅੱਲਾਹ ਉਹਨਾਂ ਨੂੰ ਔਰਤ ਬਣਾ ਦੇਗਾ ਕਿ ਨਹੀਂ? ਇਹ ਬੜੇ ਸਵਾਲਾਤ ਕਾਇਮ ਹੁੰਦੇ ਨੇ ਨਾ ਭਾਈ ਜੀ। ਬਿਲਕੁਲ ਅੱਲਾਹ ਤਾਲਾ ਜਿਸ ਚੀਜ਼ ਦੀ ਤੁਸੀਂ ਖੁਆਇਸ਼ ਕਰੋਗੇ, ਤੁਸੀਂ ਖੁਆਇਸ਼ ਕਰੋਗੇ ਕੁੱਤਾ ਬਣ ਜਾਓਗੇ। ਠੀਕ ਹੈ ਨਹੀਂ? ਅੱਛਾ ਚਲੋ ਉਹ ਅੱਲਾਹ ਨੇ ਜਦੋਂ ਖੁਆਇਸ਼ ਇਹ ਤੁਹਾਡੇ ਵਾਲਦ ਨੇ ਕੀਤੀ ਔਰਤ ਬਣਨ ਦੀ, ਤੇ ਅੱਲਾਹ ਉਹਨੂੰ ਔਰਤ ਬਣਾ ਦੇਗਾ। ਠੀਕ ਹੈ ਨਾ ਜੀ? ਬਿਲਕੁਲ ਜੀ ਬਿਲਕੁਲ ਠੀਕ ਹੋ ਗਿਆ। ਅੱਛਾ ਤੇ ਵਾਲਦਾ ਤੁਹਾਡੀ ਨੂੰ ਸ਼ੋਹਰ ਨਹੀਂ ਬਣਾਇਆ ਤੇ ਉਹਨੂੰ 4 ਸ਼ੋਹਰ ਨਹੀਂ ਮਿਲੇ,
ਕਿਉਂਕਿ ਸਰ ਜੀ ਉਹ ਇਸਲਾਮ ਦੀ ਨੇਚਰ ਦੇ ਇਨਸਾਨ ਦੀ ਨੇਚਰ ਦੇ ਖਿਲਾਫ ਹੈ ਨਾ, ਤੁਸੀਂ ਸਮਝ ਗਏ ਹੋ। ਇੱਕ ਤੋਂ ਜ਼ਿਆਦਾ ਇਸਲਾਮ ਨਹੀਂ ਕਹਿੰਦਾ ਨਾ ਔਰਤ ਨੇਚਰ ਦੇ ਖਿਲਾਫ ਹੈ ਨਾ, ਕਿ ਇੱਕ ਔਰਤ ਦਾ ਦੋ ਮੀਆਂ ਨਹੀਂ ਹੋ ਸਕਦੇ ਸਰ ਜੀ। ਸਰ ਜੀ ਇੱਕ ਸਵਾਲ ਮੇਰਾ ਵੀ ਹੈ ਜੀ ਕਿ ਵਾਲਦ ਸਾਹਿਬ ਇਹਨਾਂ ਦੇ ਅਗਰ ਖੁਆਇਸ਼ ਕਰਦੇ ਆ ਕਿ ਮੈਨੂੰ ਔਰਤ ਬਣਾ ਦੇਣ, ਤੇ ਅਗਰ ਵਾਲਦਾ ਇਹਨਾਂ ਦੀ ਖੁਆਇਸ਼ ਕਰੇ ਕਿ ਮੈਨੂੰ ਦੁਨੀਆ ਵਾਲਾ ਹੀ ਸ਼ੋਹਰ ਚਾਹੀਦਾ, ਫਿਰ ਕੀ ਸਿਸਟਮ ਬਣੇਗਾ? ਉਹ ਸਿਸਟਮ ਇਹ ਬਣੇਗਾ ਨਾ, ਹੁਣ ਵੇਖੋ ਇਹ ਵਾਲਾ ਸਾਹਿਬ ਮਾਜ਼ਰਤ ਨਾਲ ਥੱਲੇ ਨਾ ਆਪਣਾ ਵੀਰ ਆਇਆ ਤੇ ਉਹਨੂੰ ਆਖ ਮਿਊਟ ਖੋਲੇ ਤੇ ਬਾਈ ਮੇਰੀ ਇੱਕ ਗੱਲ ਸੁਣਾ, ਜ਼ੁਬਾਨ ਜੱਟ ਬੋਲਣਾ ਪਿਆ। ਸਾਰੇ ਬਗੈਰ ਸੋਚੋ ਸਮਝੋ ਬੰਦਿਆਂ ਤੇ ਫਿਤਨਾ ਤੇ ਉਹ ਖਲੋ ਤੇਰੀ ਲੁੱਲ ਭੈਣ ਨੂੰ ਵੱਡੇ ਮੌਲਵੀ ਦੀ ਨੂੰ ਚੁੱਪ ਕੁੱਤੀ ਦਿਆ ਪੁੱਤਰਾ, ਮੈਂ ਭੈਣ ਨੇ ਜੱਟ ਦੀ ਮਾਂ ਦਾ ਫੁੱਦਾ ਕੁੱਤੀ ਦਿਆ ਪੁੱਤਰਾ ਗੁਸਤਾਖਾ ਬਾਕੀ ਕਰਨਾ ਆਪਣੀ ਭੈਣ ਨੂੰ ਲੁੱਲ ਵੱਡਿਆ ਉਹ ਕੁੱਤੀ ਦਿਆ ਬੱਚਿਆ ਕੁੱਤੀ ਦਿਆ ਬੱਚਿਆ ਨੂੰ ਲੁੱਲ ਤੇਰੇ ਕਾਲ ਦੀ ਬਾਤ ਕਰੀ ਤੇਰੀ ਭੈਣ ਘੜੀ ਦਾ ਤੇਰੀ ਮੈਂ ਭੈਣ ਦੇ ਮੂੰਹ ਚ ਕੁੱਤੀ ਦਿਆ ਪੁੱਤਰਾ ਭੈਣ ਨੂੰ ਲੁੱਲੀ ਗਾਂਡਿਆ ਦੀ ਬੁੱਧੀ ਗੱਲੀ ਦਿਆ ਬੱਚਿਆ ਕੁੱਤੀ ਦਾ ਬੱਚਾ ਮੁਲਦ ਮਾਂ ਦੀ ਲੰਨ ਲੈਣਾ ਦੱਲਾ ਗੁਸਤਾਖ ਭੈਣ ਚੋਦ ਦਾ ਪੁੱਤਰ। ਅੱਛਾ ਸੁਣੋ ਇਹ ਕੌਣ ਸੀ ਯਾਰ, ਮੈਂ ਤਦੇ ਤੈਨੂੰ ਬੁਲਾਇਆ ਸਰ ਕਿ ਕੌਣ ਸੀ ਭੈਣ ਚੋ ਪਾਗਲ ਦਾ ਪੁੱਤਰ। ਜੀ ਸੁਣੋ ਇਹ ਗਾਣਾ ਬੜੀ ਫਨੀ ਸਨ ਤੇ ਮੁਹਤਰਮ ਦਾ ਕੀਮਤੀ ਵਕਤ ਜਿਹੜਾ ਨਾ ਉਹਦੇ ਨਾਲੋਂ ਫਾਇਦਾ ਲਵੋ। ਅੱਛੀ ਗੱਲ ਹੋ ਰਹੀ ਹੈ ਭਾਈ ਪੱਪੂ ਬੰਦਾ ਜਿੰਜਦਾ ਵੀ ਇਹ ਗੱਲ ਬੜੀ ਅੱਛੀ ਹੋ ਰਹੀ ਹੈ, ਗੱਲ ਕਰਨ ਦਿਓ। ਅੱਛਾ ਜੀ ਦੇਖੋ ਗੱਲ ਹੈ ਪੱਪੂ ਜਰਾ ਤੋਜੋ ਨਾਲ ਸੁਣੀ, ਮੈਂ ਤੈਨੂੰ ਵੀਰ ਐ ਲੱਗ ਰਿਹਾ ਤੇ ਤੈਨੂੰ ਮੈਂ ਹਮਦਰਦੀ ਨਾਲ ਸਮਝਾਣਾ ਪਿਆ। ਓਏ ਇਹ ਇਸਲਾਮੀ ਅਕੀਦਾ ਕੋਈ ਨਹੀਂ ਹੈ, ਇਹ ਇਸਲਾਮ ਜੀ ਸਰ ਭਾਈ ਸੁਣੋ ਬਈ ਸੁਣੋ, ਇਹ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਇਹ ਤੁਹਾਨੂੰ ਕਹਾਣੀਆਂ ਸੁਣਾਉਂਦਾ ਪਿਆ, ਤੁਹਾਨੂੰ ਇਸਲਾਮ ਤੋਂ ਦੂਰ ਮੇਰਾ ਵੀਰ ਲੈ ਕੇ ਜਾਂਦਾ ਪਿਆ। ਉਹ ਮੇਰਾ ਵੀਰ ਇਹ ਗੱਲ ਨਹੀਂ, ਤੁਸੀਂ ਇਹੋ ਹੀ ਮਸਲਾ ਆਪਣੇ ਵਾਲਦੈਨ ਨੂੰ ਜਾ ਕੇ ਦੱਸੋਗੇ ਨਾ ਕਿ ਅੱਜ ਮੈਂ ਕੀ ਕਾਰਵਾਈ ਪਾ ਕੇ ਆਇਆ ਜੇ ਮੇਰੀ ਵਾਲਦਾ ਤੁਹਾਡੇ ਸਲਾਮਤ ਨੇ। ਅੱਲਾਹ ਤਾਲਾ ਜ਼ਿੰਦਗੀ ਦੀ ਉਹਨਾਂ ਨੂੰ। ਜੀ ਅੱਲਾਹ ਉਹਨਾਂ ਦੀ ਜ਼ਿੰਦਗੀਆਂ ਸਾਡੀਆਂ ਜ਼ਿੰਦਗੀਆਂ ਵੀ ਉਹਨਾਂ ਨੂੰ ਲਾ ਦੇ, ਅਸੀਂ ਦੁਆ ਕਰਨੇ ਅੱਲਾਹ ਉਹਨਾਂ ਦੀ ਜ਼ਿੰਦਗੀ ਚ ਬਰਕਤ ਅਤਾ ਫਰਮਾਏ। ਲੇਕਿਨ ਗੱਲ ਹੈ ਵੇ ਤੁਸੀਂ ਵਾਲਦਾ ਆਪਣੀ ਨੂੰ ਇਹ ਮਸਲਾ ਅਗਰ ਜਾ ਕੇ ਦੱਸਿਆ ਨਾ ਵਾਲਦਾ ਅੱਜ ਮੈਂ ਮੂੰਹ ਤੋਂ ਚਪੇੜ ਖਾ ਪਵੇਗੀ, ਮੈਨੂੰ ਇੰਨਾ ਪਤਾ ਹੈ। ਇਹੋ ਹੀ ਗੱਲ, ਇਹ ਇਨਸਾਫ ਹੈ। ਮੇਰਾ ਵੀਰ ਹੈ ਤੁਹਾਨੂੰ ਬੜੀ ਦੂਰ ਲੈ ਕੇ ਜਾ ਰਹੇ ਹੈ, ਅਕਲ ਦੇ ਨਾਂ ਲੈ ਲੋ, ਲਾਨਤ ਪਾਓ ਸੂ। ਇੰਨੇ ਉਲਮਾ ਇਕਰਾਮ ਤੁਹਾਡੇ ਕੋਲ ਨੇ, ਲੱਖਾਂ ਕਰੋੜਾਂ ਦੀ ਤਾਦਾਦ ਤੇ। ਯਾਰ ਤੁਹਾਡੀ ਮਸਜਿਦ ਦਾ ਜਿਹੜਾ ਬੰਦਾ ਉਹ ਆਲਮੇ ਦੀਨ ਹੈ, ਉਹਦੇ ਕੋਲ ਜਾ ਕੇ ਮਸਲੇ ਪੁੱਛੋ। ਇਹ ਮਸਲਾ ਮੌਲਵੀ ਸਾਹਿਬ ਮਸਜਿਦ ਹੈ, ਮਸਲਾ ਹੈ ਜਿਹੜਾ ਮਸਜਿਦ ਦਾ ਸਾਡਾ ਮਸਲਾ ਹੈ ਨਾ ਮੌਲਵੀ ਨਾ ਲੋਕਲ, ਉਹ ਹਮੇਸ਼ਾ ਫਿਤਨਾ ਫੈਲਾਉਂਦਾ ਹੈ, ਉਹ ਕਾਫਰ ਹੈ ਉਹ ਕਾਫਰ ਹੈ। ਇੰਜੀਨੀਅਰ ਸਾਹਿਬ ਫਿਤਨਾ ਨਹੀਂ ਫੈਲਾਉਂਦੇ, ਕੋਈ ਗੱਲ ਨਹੀਂ, ਉਹ ਫਿਤਨਾ ਫੈਲਾਉਂਦਾ। ਤੁਸੀਂ ਸਮਝੋ ਸਵਾਲ ਐਡ ਕਰ ਸਕਣਾ ਵਾ ਜੀ ਮਾਸੂਮ ਸਵਾਲ ਹੈਗਾ ਕਿ ਦੇਖੋ ਉਹ ਬੇਸਿਕਲੀ ਫੈਲਾ ਰਿਹਾ शर, ठीक है पप्पू भाई। मैं एक बड़ी आजिज़ी के साथ, मैं गुस्ताखी के साथ नहीं, अकड़ के साथ नहीं, एक लॉजिकल सवाल आपकी खिदमत में पेश करता हूँ। जन्नत में चला गया एक बंदा, कोई बशर अपने आमाल की जो शरीयत के मुताबिक अदायगी करके अल्लाह पाक के पास हिसाब किताब जो है वो करके उसके बाद उसके अमाल उसे जन्नत में ले गए, उधर जाके नाउज़ुबिल्लाह तौबा नाउज़ुबिल्लाह, अल्लाह पाक मुझे माफ़ी दे, लेकिन मैं फिर भी आपसे एक सवाल कर रहा हूँ कि अगर उसके दिल में कोई ऐसा ख्याल आता है या उसको ऐसी अगरचे एक बात ज़हन में आती है, क्योंकि आप कहते हैं ना वो बरी ज़िम्मा हो जाएगा, वो फिर जो है ना वो जो सोचेगा वही हो जाएगा। वो सोच लेता है कि मैं पखाना खाऊं, तो क्या आपका ख्याल है ऐसा हो जाएगा कि पखाने की प्लेट उसके आगे आ जाएगी? ऐसा तो समझ आ उधर गंद नहीं ना होगा सर, उधर गंद तो नहीं ना होगा, अच्छी चीजें होंगी ना वहाँ पे, समझ जाएगा। अच्छा पप्पू गल सुन भाई, ए वेख मेरा वीर गल सुन, ए तर्जमा कुरान है मेरे सामने ने, मिर्जा ताहिर कादियानिया दे झूठे खलीफे दा ए तर्जुमा है, होर भी तराजुम पे ने मेरे को, विच लिखिया कुरान है, लिखिया कुरान ही है, लिखिया तर्जुमा ही उन्हें। मेरे को अगर कोई आके सवाल करता है मैं पढ़ा के नाम, मैं कहा लानत पाए दे उत्ते भाई, कलमा सी पढ़ने ला इलाहा इल्लल्लाह मुहम्मद रसूलुल्लाह, लेकिन शैतान आ जाए इत्थे मुजस्सम हो के मेरे कोल कहे तू पढ़ कलमा, और मैं कहा जा लानत पाना तेरे उत्ते, मैं तेरे क्या नहीं पढ़ना, तेरे क्या नहीं पढ़ना, खुद पढ़ांगा। याद रखिया जी इस्लामी अकीदा शैतान ही कोई गल करे ते ले लो, ए तुसी गल गलत कर रहे हो। अगर शैतान कलमा पढ़ाए पढ़ लो, गल ओ यार मैं आना वे दे तरफ ही, ਇਹ ਤੁਹਾਨੂੰ ਇਹਨਾਂ ਨੇ ਗਲਤ ਗੱਲਾਂ ਬਿਠਾਈਆਂ ਨੇ ਕਿ ਸ਼ੈਤਾਨ ਵੀ ਗਲਤ ਗੱਲ ਕਰੇ ਤੇ ਲੈ ਲਵੋ ਤੇ ਸਹੀ ਗੱਲ ਕਰੇ ਤੇ ਲੈ ਲਵੋ। ਇਹ ਤੇ ਕਾਇਦਾ ਕੁਲੀਏ ਨਹੀਂ। ਉਹ ਰਵਾਇਤ ਤੋਂ ਲੈ ਕੇ ਆਣਗੇ ਜੋ ਸਾਹਬੀ ਨੇ
ਦੱਸਿਆ ਸੀ ਆਇਤਲ ਕੁਰਸੀ ਵਾਲਾ, ਤੇ ਉਹ ਹਜ਼ੂਰ ਨੇ ਫਰਮਾਇਆ ਹੈ ਤੇ ਸ਼ੈਤਾਨ ਸੀ, ਝੂਠਾ ਸੀ, ਲੇਕਿਨ ਉਹਨੇ ਗੱਲ ਸਹੀ ਕੀਤੀ। ਅੱਜ ਤੱਕ ਕਿਸੇ ਮੌਲਵੀ ਕੋਲ ਸੁਣਿਆ ਹੋਏ ਕਿ ਜਿਨੇ ਆਇਤਲ ਕੁਰਸੀ ਦੀ ਤਾਰੀਫ ਕਰਦਿਆਂ ਹੋਇਆ ਇਹ ਕਿਹਾ ਹੋਵੇ ਕਿ ਇਹ ਸਾਨੂੰ ਸ਼ੈਤਾਨ ਕੋਲੋਂ ਲੱਭੀ ਹੈ? ਕਦੀ ਸੁਣਿਆ ਜੇ? ਜੀ ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹੋ ਹੀ ਗੱਲ ਹੈ ਮੇਰਾ ਵੀਰ, ਇੰਜ ਨਹੀਂ ਹੁੰਦਾ, ਇੰਜ ਨਹੀਂ। ਗੱਲ ਹੈ ਵੇ ਕਿ ਸਾਨੂੰ ਸਾਡੇ ਬਜ਼ੁਰਗ ਮੌਜੂਦ ਨੇ, ਉਲਮਾ ਇਕਰਾਮ ਮੌਜੂਦ, ਅਸੀਂ ਕਿਉਂ ਭਾਈ ਇਹੋ ਹੀ ਕੁਰਾਨ ਕੋਈ ਕਾਦੀਆਨੀ ਬਹਿ ਕੇ ਤਿਲਾਵਤ ਕਰ ਰਿਹਾ, ਬਿਲ ਫਰਜ਼ ਤਿਲਾਵਤ ਕਰ ਰਿਹਾ, ਕਿ ਅਸੀਂ ਉਹ ਸੁਣਾਂਗੇ? ਮੈਂ ਤੇ ਨਹੀਂ ਸੁਣਦਾ, ਉਹ ਮੈਂ ਲਾਨਤ ਪਾਣਾ। ਉਹਦੀ ਕਈ ਵਜੂਹਾਤ ਨੇ। ਉਹ ਆਂਦੇ ਨੇ ਕਿ ਇਹ ਜਿਹੜਾ ਕੁਰਾਨ ਹੈ ਨਾ, ਇਹ ਮਿਰਜ਼ੇ ਕਾਦੀਆਨੀ ਦੇ ਉੱਤੇ ਨਾਜ਼ਲ ਹੋਇਆ। ਸਾਨੂੰ ਲੱਗ ਕੁਰਾਨ ਹੀ ਰਿਹਾ। ਅਲਹਮਦੁਲਿल्लाहि रब्बिल आलमीन अर्रहमानिर रहीम मालिकी यौमिद्दीन, ਸਾਨੂੰ ਹੈ ਕੁਰਾਨ ਹੀ ਹੈ, ਲੇਕਿਨ ਉਹਨਾਂ ਦਾ ਅਕੀਦਾ ਹੈ ਵੇ ਕਿ ਮਿਰਜ਼ੇ ਕਾਦੀਆਨੀ ਦੇ ਉੱਤੇ ਨਾਜ਼ਲ ਹੋਇਆ ਕੁਰਾਨ। ਦਲੀਲ ਚਾਹੀਦੀ ਹੋਏਗੀ ਮੇਰੇ ਕੋਲ ਮੰਗ ਲਿਆ ਜੇ, ਮੈਂ ਹੁਣੀ ਦੇ ਦੇਣਾ। ਇਹ ਕਿਤਾਬਾਂ ਪਈਆਂ। ਤੁਹਾਡੀ ਗੱਲ ਮੰਨਣਾ, ਮੈਂ ਐਗਰੀ ਕਰਨਾ। ਜੀ ਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ। ਉਹ ਭਾਈ ਦੂਸਰੀ ਬਾਤ ਹੈ ਵੇ ਕਿ ਤਰਜੁਮੇ ਦੀ, ਇੱਕ ਤੇ ਸੀ ਮਤਨ ਕੁਰਾਨ ਦਾ ਅਰਬੀ, ਉਹ ਮਤਨ ਵੀ ਕਹਿੰਦੇ ਨੇ ਪਿਆ ਮਿਰਜ਼ੇ ਕਾਦੀਆਨੀ ਤੇ ਨਾਜ਼ਲ ਹੋਇਆ, ਤੇ ਦੂਸਰਾ ਵੇ ਤਰਜੁਮਾ। ਤੇ ਤਰਜੁਮਾ ਸਾਡੇ ਕੋਲ ਉਲਮਾ ਦੇ ਇੰਨੇ ਤਰਜੁਮੇ ਨੇ, ਅਸੀਂ ਕਿਉਂ ਪੜੀਏ ਭਾਈ ਇਹਨਾਂ ਦੇ ਤਰਜੁਮੇ? ਲਾਨਤ ਪਾਵਾਂਗੇ ਅਸੀਂ। ਐਸੀ ਇਸ ਸਵਾਲ ਦਾ ਜਵਾਬ 1 ਮਿੰਟ ਜਾਂ 2 ਮਿੰਟ ਜਾਂ ਹੱਦ 3 ਮਿੰਟ ਦੇ ਵਿੱਚ ਇਹ ਜਵਾਬ ਕੰਪਲੀਟ ਹੋ ਜਾਂਦਾ ਸੀ, ਲੇਕਿਨ ਉਹਨੇ 45 ਮਿੰਟ ਲਾਏ ਨੇ ਇਸ ਸਵਾਲ ਦੇ ਜਵਾਬ ਦੇ ਉੱਤੇ, ਕਿ ਉਹਨੇ ਕਿਹਾ ਇਹ ਕਾਦੀਆਨੀਆਂ ਨੇ ਤਰਜੁਮੇ ਠੀਕ ਕੀਤੇ ਜੇ, ਮੁਸਲਮਾਨੋ ਤੁਹਾਡੇ ਉਲਮਾ ਨੇ ਤਰਜੁਮੇ ਗਲਤ ਕੀਤੇ ਨੇ। ਦੱਸੋ ਯਾਰ, ਇਨਸਾਫ ਕਰੋ ਯਾਰ ਪੱਪੂ, ਮੈਂ ਤੁਹਾਡੇ ਈਮਾਨ ਨੂੰ ਬਚਾਉਣਾ ਚਾਹ ਰਿਹਾ ਵਾਂ। ਇਹ ਗੱਲ ਉਹਨੇ ਠੀਕ ਕੀਤੀ ਹੈ। ਤੁਸੀਂ ਤੇ ਇਹ ਵੀਡੀਓ ਲੈ ਕੇ ਆਏ ਸੋ, ਤੁਸੀਂ ਵੀਡੀਓ ਲੈ ਕੇ ਆਏ ਸੋ ਕਿ ਇਹਨੇ ਕਾਦੀਆਨੀਆਂ ਦਾ ਰੱਦ ਕੀਤਾ ਹੈ। ਜੀ ਜੀ ਬੇਸ਼ੱਕ। ਹਾਂਜੀ ਹੁਣ ਦੱਸੋ ਇਹ ਗੱਲ ਉਹਨੇ ਇਹ ਕਾਦੀਆਨੀਆਂ ਦਾ ਰੱਦ ਕੀਤਾ ਕਿ ਕਾਦੀਆਨੀਆਂ ਦਾ ਦਿਫਾ ਕੀਤਾ? ਨਹੀਂ ਨਹੀਂ ਚਲੋ ਇਸ ਚੀਜ਼ ਨੂੰ ਛੱਡੋ, ਲੇਕਿਨ ਓਵਰਆਲ ਤੋਂ ਕਾਦੀਆਨੀਆਂ ਦੇ ਖਿਲਾਫ ਪੂਰੀ ਵੀਡੀਓ ਸੁਣੋ ਨਾ, ਅਗਰ ਤੁਸੀਂ ਤੁਹਾਨੂੰ ਇਹ ਵੀਡੀਓ ਜੇ ਹੁਣ ਮੈਨੂੰ ਕਿਉਂ ਪੇਸ਼ ਕੀਤੀ ਸੀ ਕਿ ਕਾਦੀਆਨੀਆਂ ਦੇ ਰੱਦ ਦੇ ਉੱਤੇ? ਹਾਂਜੀ ਹਾਂਜੀ ਬਿਲਕੁਲ ਹਾਂਜੀ। ਇਹ ਜਿਹੜੀਆਂ ਗੱਲਾਂ ਨੇ ਕਾਦੀਆਨੀਆਂ ਦਾ ਦਿਫਾ ਆਵੇ ਕਿ ਕਾਦੀਆਨੀਆਂ ਦਾ ਰੱਦ ਹੈ? ਨਹੀਂ ਸਰ, ਉਹ ਇਸਲਾਮ ਦਾ, ਉਹ ਕਹਿ ਰਿਹਾ ਕੁਰਾਨ ਨੂੰ ਕੋਈ ਵੀ ਚੇਂਜ ਨਹੀਂ ਕਰ ਸਕਦਾ, ਕੁਰਾਨ ਨੂੰ ਕੋਈ ਵੀ ਚੇਂਜ ਨਹੀਂ ਕਰ ਸਕਦਾ। ਇਹ ਚੀਜ਼ ਕਿਆ ਤਰਜੁਮਾ ਜਿਹੜਾ ਵੇ, ਇਹ ਤਰਜੁਮਾ ਠੀਕ ਹੈ, ਮੈਂ ਇਹ ਚੀਜ਼ ਨੂੰ ਤਸਲੀਮ ਹੀ ਨਹੀਂ ਕਰਦਾ ਕਿ ਕੁਰਾਨ ਦੇ ਤਰਜੁਮੇ ਨੂੰ ਬਦਲ ਸਕਦੇ। ਉਹਨੇ ਕਿਹਾ ਕਿ ਨਹੀਂ ਕਿਹਾ? ਬਿਲਕੁਲ ਉਹਨੇ ਇਹ ਆਖਿਆ, ਬਿਲਕੁਲ ਕੋਈ ਨਹੀਂ ਬਦਲ ਸਕਦਾ। ਉਹਨੇ ਇਹ ਕਿਹਾ ਕਿ ਨਹੀਂ ਕਿਹਾ ਕਾਦੀਆਨੀਆਂ ਦੇ ਤਰਜੁਮੇ ਸਹੀ ਨੇ, ਬਿਲਕੁਲ ਠੀਕ ਨੇ? ਉਹਨੇ ਆਖਿਆ ਬਿਲਕੁਲ ਇੰਜ ਹੀ ਆਖਿਆ। ਉਹਨੇ ਆਖਿਆ ਇਹ ਕਾਦੀਆਨੀਆਂ ਦਾ ਰੱਦ ਵੇ ਕਿ ਦਿਫਾ ਵੇ? ਦਿਫਾ ਤੇ ਨਹੀਂ ਹੈ, ਰੱਦ ਵੀ ਨਹੀਂ ਕਹਿ ਸਕਦੇ, ਦਿਫਾ ਵੀ ਨਹੀਂ ਹੈ। ਚਲੋ ਰੱਦ ਵੀ ਨਹੀਂ ਕਹਿ ਸਕਦੇ ਤੇ ਦਿਫਾ ਵੀ ਨਹੀਂ। ਯਾਰ ਤੁਹਾਨੂੰ ਅਜੇ ਵੀ ਸਮਝ ਨਹੀਂ ਆ ਰਿਹਾ। ਦਿਫਾ ਉਹ ਕਿੰਜ ਕਰ ਰਿਹਾ? ਦਿਫਾ ਤਾਂ ਨਹੀਂ ਕਰ ਰਿਹਾ। ਉਹ ਯਾਰ ਦਿਫਾ ਕਰ ਰਿਹਾ ਵੇ ਨਾ। ਉਹ ਭਾਈ ਰੱਦ ਕਰਨਾ ਮੰਨਦਾ, ਮੈਂ ਨਹੀਂ ਮੰਨਦਾ ਇਹ ਰੱਦ ਵੇ, ਮੈਂ ਨਹੀਂ ਮੰਨਦਾ ਇਹਨੂੰ ਕਹਿੰਦੇ ਰੱਦ। ਦਿਫਾ ਕਰਨਾ ਹੁੰਦਾ ਕਿ ਇਹ ਫੜਦਾ ਪਿਆ, ਲਿਆਂਦਾ ਪਿਆ, ਆਪਣੀ ਤਰਫ ਲਿਆ ਰਿਹਾ। ਇਹ ਰੱਦ ਕਰ ਰਿਹਾ ਕਿ ਦਿਫਾ ਕਰ ਰਿਹਾ ਹੈ? ਉਹ ਕਹਿੰਦਾ ਪਿਆ ਕਿ ਭਾਈ ਕਾਦੀਆਨੀਆਂ ਦਾ ਤਰਜੁਮਾ ਠੀਕ ਹੈ ਔਰ ਮੁਸਲਮਾਨਾਂ ਦੇ ਤਰਜੁਮੇ ਗਲਤ ਨੇ। ਇਹ ਰੱਦ ਵੇ ਕਿ ਦਿਫਾ ਵੇ? ਦੱਸੋ। ਉਹ ਦਿਫਾ ਹੀ ਕਰ ਰਿਹਾ ਨਾ ਮੇਰਾ ਵੀਰ। ਹਾਂ ਮੁਫਤੀ ਸਾਹਿਬ 1 ਮਿੰਟ ਯਾਰ, ਕਿਸੇ ਮੇਰੇ ਭਾਈ ਦਾ ਕਿਹੜੇ ਐਕਸੀਡੈਂਟ ਹੋ ਗਿਆ, ਮੈਂ ਉਹਦੇ ਤੋਂ ਥੋੜੀ ਗੱਲ ਕਰਾਂ। ਮੈਂ ਇੱਥੇ ਰਹਿਣਾ ਥੋੜੀ ਦੇਰ, 5 ਮਿੰਟ ਦਿਓ, ਮੈਂ ਆਣਾ ਇਨਸ਼ਾਅੱਲਾ। ਮੁਫਤੀ ਸਾਹਿਬ ਇਹਦੇ ਨਾਲ ਹੈਪਨ ਕਿਉਂ ਹੋ ਜਾਂਦਾ ਜਦੋਂ ਅੱਲਾ ਨੂੰ ਹਦਾਇਤ ਦੇਣ ਲੱਗ ਪੈਂਦਾ? ਪੀਰ ਅਸਕਾਨੀ ਸਾਹਿਬ ਕੋਈ ਕਮੈਂਟ ਕਰੋ ਅੱਜ ਦੀ ਗੁਫ਼ਤਗੂ ਦੇ ਉੱਤੇ। पीर साहब चले गए ने? नहीं, मैं मौजूद हूँ, मैं बात सुन रहा हूँ, लेकिन आप लोग पंजाबी में बात करते हैं, मुझे पता चलता है, मुकम्मल बात पता पड़ता नहीं, तो उस पर कमेंट क्या कर पाऊंगा बताइए। हाँ। अच्छा ज़िया, आप उर्दू में बात करें तो पीर साहब को भी समझ आ जाएगी, तो थोड़ी सी इसके ऊपर गुफ्तगू करें। नहीं, मुझे जितना मैंने समझा है वो ये है कि वहां पर खवातीन को अगर तमन्ना ये करें कि हमें एक से जायद जो है वो शौहर चाहिए, तो क्या उनको जायद शौहर मिलेंगे या नहीं? भाई कुरान मजीद में मौजूद है, ये मिर्जा जो है जेलमी साहब इतने जो है वो हैं कि वो जानते नहीं, कुरान में मौजूद है, एक से जायद नहीं मिलेगा, कुरान ही में मौजूद है। अगर चाहे मैं वो आयत आपके सामने पढ़ के सुना दूं, और इसके बारे में हब्रुल उम्मा और तमाम मुफस्सरीन
وہ کہتے ہیں کہ وہاں ایک ہی شوہر ہے خواتین کے لیے اور وہ اسی سے راضی ہیں, اسی کو ہی تاکتی رہتی ہیں, اسی کو ہی دیکھتی رہتی ہیں اور کہیں دیکھتے ہی نہیں کسی کو, وہ خیال ہی نہیں آئے گا. تو یہ مرزا کیسے کہتے ہیں اگر وہ چاہیں, جب قرآن مجید میں آیا کہ وہ نہیں چاہیں گی وہاں پہ. اب آیات آپ دیکھ لیجئے, جب آپ پڑھیں گے کیا ہو گیا بھائی؟ نہیں اب بات کریں. جب آپ پڑھیں گے سورۃ الرحمن, فرمایا فیہن قاصرات الطرف, یہ دیکھیں. اسی طرح وَعِندَهُمْ قَاصِرَاتُ الطَّرْفِ أَتْرَابٌ. اب کیا ہے اس کا مطلب؟ قال ابن عباس حبر الامہ کیا فرماتے ہیں قاصرات الطرف کا کیا مطلب ہے؟ ای غضیضات الطرف عن غیر ازواجہن فلا یرین شیئا فی الجنہ احسن من ازواجہن. خواتین ایسی وہاں پر ہوں گی کہ وہ نظریں, مجھے نا وہ جانا ہے ایک جگہ, بڑی ضروری میسج آ گیا ہے, ہولی اسپرٹ صاحب کی براڑ پہ جانا ہے, آپ بیٹھیں. چلیں ٹھیک ہے مفتی صاحب, تھینک یو. جی پیر صاحب آپ